सत श्री अकाल जी सारिਆਂ ਨੂੰ। मेरे ਵੱਡੇ ਭਾਜੀ ने ਜਿਹੜੇ सवाल चुके ने ये सिर्फ सवाल नहीं ने, ਤੁਹਾਡੇ सामने बहुत सारे फैक्ट्स रखांगे ਜਿਹੜੇ कि जिन्हों के जवाब सानू नहीं मिल रहे। पिछले 1.5-2 महीने तो ਅਸੀਂ अमृतपाल ਨੂੰ सवाल पूछ रहे हैं सोशल मीडिया के थ्रू, जिथे सानू कोई जवाब नहीं दिता जा रहा। ਸਾਡੇ ਵੱਲੋਂ खुला चैलेंज है जी, ਤੁਸੀਂ ਆਪਣੇ 5 ਬੰਦੇ, अमृतपाल अपने 5 ਬੰਦੇ ਲਿਆਵੇ ਤੇ ਅਸੀਂ ਆਪਣੇ 5 ਬੰਦੇ ਲਿਆਉਂਦੇ ਆ ਤੇ ਸੰਗਤ ਦੇ ਵਿੱਚ ਬੈਠ ਕੇ ਡਿਸਾਈਡ ਕਰ ਲਓ, ਸੰਗਤ फैसला कर लेगी। सब तो पहला सवाल ਜਿਹੜਾ ਹੈਗਾ ਵੀਰ ਦਵਿੰਦਰ ਭਾਜੀ ਨੇ ਜਿਹੜਾ ਪੁੱਛਿਆ, अमृतपाल ਜਿਹੜਾ ਹੈਗਾ ਆਪਣੇ ਆਪ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਦੱਸਦਾ ਹੈ। ਦੀਪ ਸਿੱਧੂ ਦੇ ਮੋਬਾਈਲ ਤੋਂ ਇਹ 29 ਜਨਵਰੀ ਨੂੰ ਬਲੌਕ ਹੋ ਗਿਆ ਸੀ। ਦੀਪ ਸਿੱਧੂ ਨੇ ਇਹਨੂੰ 29 ਜਨਵਰੀ ਨੂੰ ਬਲੌਕ ਕਰ ਦਿੱਤਾ ਸੀਗਾ ਆਪਣੇ ਪਰਸਨਲ ਮੋਬਾਈਲ ਤੋਂ। ਜਿਹੜਾ ਬੰਦਾ ਪਰਸਨਲ ਮੋਬਾਈਲ ਤੋਂ ਬਲੌਕ ਹੋਵੇ ਉਹ ਬੰਦਾ ਉੱਤਰਾਧਿਕਾਰੀ ਕਿੱਦਾਂ ਬਣ ਜਾਂਦਾ 15 ਦਿਨਾਂ ਬਾਅਦ। ਔਰ ਇੱਥੇ ਇੱਕ ਹੋਰ ਹੈਰਾਨੀ ਦੀ ਗੱਲ ਹੈਗੀ ਆ ਕਿ ਦੀਪ ਸਿੱਧੂ ਵੀਰ ਦਾ ਸਾਡੇ ਦਾ ਐਕਸੀਡੈਂਟ ਹੁੰਦਾ, ਉਹਦਾ ਕਤਲ ਹੁੰਦਾ ਜਿਹੜਾ ਉਹ 15 ਫਰਵਰੀ ਨੂੰ ਹੁੰਦਾ। ਤੇ अमृतपाल ਨੂੰ ਕਿਹੜਾ ਸੁਪਨਾ ਆਇਆ ਸੀ ਜਾਂ ਇਹਨੂੰ ਕਿਹੜੀ ਇਨਫੋਰਮੇਸ਼ਨ ਆਈ ਸੀ ਕਿ ਦੀਪ ਸਿੱਧੂ ਦੀ ਜਿਹੜੀ ਜਥੇਬੰਦੀ ਆ ਵਾਰਿਸ ਪੰਜਾਬ ਉਹ ਲੀਡਰਲੈਸ ਹੋਣ ਵਾਲੀ ਆ, ਆਗੂ ਵੀ ਹੋਣੀ ਵਾਲੀ ਆ। ਆਗੂ ਬਣਨ ਦੀ ਤਿਆਰੀ ਇਹਨੇ 15 ਦਿਨ ਪਹਿਲਾਂ ਦੀਪ ਸਿੱਧੂ ਦੇ ਕਤਲ ਤੋਂ ਸ਼ੁਰੂ ਕਰ ਦਿੱਤੀ ਸੀ, ਜਦੋਂ ਇਹਨੇ ਨਕਲੀ ਪੇਜ ਬਣਾਇਆ ਵਾਰਿਸ ਪੰਜਾਬ ਦਾ, ਜਿਹੜਾ ਅੱਜ ਇਹ ਆਪਰੇਟ ਕਰਦਾ, ਜਿਹੜੇ ਪੇਜ ਤੋਂ ਇਹ ਸਾਰੀਆਂ ਪੋਸਟਾਂ ਪਾ ਰਿਹਾ। ਇਹ ਪੇਜ ਜਿਹੜਾ ਹੈਗਾ ਦੀਪ ਸਿੱਧੂ ਦੇ ਕਤਲ ਤੋਂ ਮਹਿਜ਼ 16 ਦਿਨ ਪਹਿਲਾਂ ਬਣਾਇਆ ਗਿਆ। ਇਹ ਬੜੀ ਹੈਰਾਨੀ ਦੀ ਗੱਲ ਆ। ਇਹਨੂੰ ਕਿੱਥੋਂ ਇਨਫੋਰਮੇਸ਼ਨ ਆਈ ਸੀ ਕਿ ਇਹ ਦੀਪ ਸਿੱਧੂ ਜਾਣ ਵਾਲਾ ਹੈ ਤੇ ਇਹਨੂੰ ਇੱਕ ਪੇਜ ਚਾਹੀਦਾ ਜਿੱਥੋਂ ਦੀ ਆਪਣੇ ਜਿੰਨੀ ਵੀ ਅਨਾਉਂਸਮੈਂਟ ਆ ਉਹ ਕਰੇਗਾ। ਔਰ ਇਹ ਉਹੀ ਪੇਜ ਆ ਜਿਹੜਾ ਦੀਪ ਸਿੱਧੂ ਦੇ ਕਤਲ ਤੋਂ ਬਾਅਦ 5 ਦਿਨਾਂ ਬਾਅਦ 20 ਫਰਵਰੀ ਨੂੰ ਦੀਪ ਸਿੱਧੂ ਦੇ ਆਫੀਸ਼ੀਅਲ ਪੇਜ ਦੇ ਉੱਤੇ ਸ਼ੇਅਰ ਹੁੰਦਾ, ਜਦ ਕਿ ਦੀਪ ਸਿੱਧੂ ਦਾ ਮੋਬਾਈਲ ਤਾਂ ਚੋਰੀ ਹੋ ਗਿਆ ਸੀਗਾ, ਜਿਹੜਾ ਕਿ ਉਹਦਾ ਸੋਸ਼ਲ ਮੀਡੀਆ ਵਾਲਾ ਮੋਬਾਈਲ ਆ। ਪਰਸਨਲ ਮੋਬਾਈਲ ਕਿਤੇ ਹੋਰ ਸੀ। ਪਰਸਨਲ ਮੋਬਾਈਲ ਅੱਜ ਦੇ ਟਾਈਮ 'ਚ ਪਰਿਵਾਰ ਦੇ ਕੋਲ ਹੈਗਾ, ਜਿਹਦੇ ਅਸੀਂ ਸਕਰੀਨਸ਼ਾਟ ਤੁਹਾਨੂੰ ਦੇ ਰਹੇ ਹਾਂ, ਜਿੱਥੇ अमृतपाल ਜਿਹੜਾ ਉਹ ਬਲੌਕ ਹੈਗਾ ਦੀਪ ਸਿੱਧੂ ਦੇ ਮੋਬਾਈਲ ਤੋਂ। ਹੁਣ ਸਵਾਲ ਇਹ ਉੱਠਦਾ ਆ ਕਿ 29 ਤਰੀਕ ਨੂੰ ਦੀਪ ਸਿੱਧੂ ਨੇ अमृतपाल ਨੂੰ ਬਲੌਕ ਕੀਤਾ, 30 ਜਨਵਰੀ ਨੂੰ ਇਹ ਵਾਰਿਸ ਪੰਜਾਬ ਦਾ ਨਕਲੀ ਪੇਜ ਬਣਾਉਂਦਾ, 15 ਤਰੀਕ ਨੂੰ ਦੀਪ ਸਿੱਧੂ ਦੇ ਕਤਲ ਵਾਲੇ ਦਿਨ ਦੀਪ ਸਿੱਧੂ ਦਾ ਸੋਸ਼ਲ ਮੀਡੀਆ ਵਾਲਾ ਮੋਬਾਈਲ ਚੋਰੀ ਹੋ ਜਾਂਦਾ। ਉਹ ਤੋਂ 5 ਦਿਨ ਬਾਅਦ ਹਾਲੇ ਦੀਪ ਸਿੱਧੂ ਦਾ ਸਿਵਾ ਠੰਡਾ ਨਹੀਂ ਹੋਇਆ ਸੀ, ਇਹਨਾਂ ਨੂੰ ਜਥੇਬੰਦੀ ਦੀ ਪੈ ਗਈ ਸੀ ਤੇ ਦੀਪ ਸਿੱਧੂ ਦਾ ਜਿਹੜਾ ਪਰਸਨਲ ਪੇਜ ਹੈਗਾ, ਓਰੀਜਨਲ ਪੇਜ ਜਿੱਥੋਂ ਦੀ ਦੀਪ ਸਿੱਧੂ ਆਪ ਲਾਈਵ ਹੁੰਦਾ ਰਿਹਾ, ਉੱਥੇ ਜਾ ਕੇ ਨਕਲੀ ਪੇਜ ਸ਼ੇਅਰ ਕੀਤਾ ਜਾਂਦਾ। ਦੀਪ ਸਿੱਧੂ ਨੇ ਆਪਣੇ ਜਿਉਂਦੇ ਜਾਗਦੇ 16 ਮੈਂਬਰੀ ਕਮੇਟੀ ਬਣਾਈ ਸੀ। 16 ਮੈਂਬਰੀ ਚੋਂ ਜੇ 16 ਮੈਂਬਰੀ ਕਮੇਟੀ ਨੇ ਕੋਈ ਵੀ ਫੈਸਲਾ ਲੈਣਾ ਤੇ ਘੱਟੋ ਘੱਟ 9 ਜਣੇ ਇੱਕ ਪਾਸੇ ਹੋਣੇ ਚਾਹੀਦੇ, ਯਾਨੀ ਕਿ 70% ਵੋਟ ਹੋਣਾ ਚਾਹੀਦਾ। अमृतपाल ਦੱਸੇ ਕਿ ਇਹਦੀ ਜਿਹੜੀ ਪ੍ਰਧਾਨਗੀ ਦੀ ਅਨਾਉਂਸਮੈਂਟ ਹੋਈ ਆ, ਉਹ ਕਿਹੜੇ ਲੋਕ ਸੀ ਉਸ ਮੀਟਿੰਗ ਦੇ ਵਿੱਚ ਬੈਠੇ ਜਿਨ੍ਹਾਂ ਨੇ ਇਹਨੂੰ ਅਨਾਉਂਸ ਕੀਤਾ ਪ੍ਰਧਾਨ। ਉਹ ਕਿਹੜੇ ਲੋਕ ਸੀ ਜਿਹੜੇ ਇਹਨੂੰ ਪ੍ਰਧਾਨ ਮੰਨਦੇ ਨੇ। ਉਹ ਮੀਟਿੰਗ ਕਿੱਥੇ ਹੋਈ ਆ, ਉਸ ਮੀਟਿੰਗ ਦੀਆਂ ਕੋਈ ਵੀਡੀਓ ਬਣੀਆਂ ਨੇ, ਉਹ ਕੋਈ ਮਤਾ ਪਾਸ ਹੋਇਆ। ਜਿਹੜਾ ਲੈਟਰ ਹੈਡ ਵੀ ਇੱਕ ਦਿੱਤਾ ਗਿਆ ਆ ਸੰਗਤ ਨੂੰ, ਜਿਹੜਾ ਸੰਗਤ ਨੂੰ ਪੂਰੇ ਪੰਜਾਬ ਦੀ ਸੰਗਤ ਨੂੰ ਗੁੰਮਰਾਹ ਕੀਤਾ ਗਿਆ। ਸੰਗਤ ਦੀਆਂ ਅੱਖਾਂ 'ਚ ਧੂੜ ਪਾਈ ਗਈ, ਦੀਪ ਸਿੱਧੂ ਦੇ ਪਿਆਰ ਕਰਨ ਵਾਲਿਆਂ ਦੀ ਅੱਖਾਂ 'ਚ ਧੂੜ ਪਾਈ ਗਈ। ਇੱਕ 2 ਰੁਪਏ ਦਾ ਕਾਗਜ਼ ਤਿਆਰ ਕੀਤਾ ਗਿਆ ਜਿਹੜਾ ਕਿਸੇ ਵੀ ਮੋਬਾਈਲ ਤੋਂ ਤਿਆਰ ਹੋ ਸਕਦਾ। ਉਹਦੇ ਉੱਤੇ ਲਿਖਿਆ ਗਿਆ ਹੈ ਕਿ ਦੀਪ ਸਿੱਧੂ ਦੀ ਵਾਰਿਸ ਪੰਜਾਬ ਜਥੇਬੰਦੀ ਜਿਹੜੀ ਹੈਗੀ ਆ ਉਹ अमृतपाल ਨੂੰ ਪ੍ਰਧਾਨ ਅਨਾਉਂਸ ਕਰਦੀ ਆ। ਉੱਤੇ ਨਾ ਮੈਂਬਰਾਂ ਦੇ ਨਾਮ ਨੇ ਕਿ ਕਿਹੜੇ ਮੈਂਬਰ ਇਹਨੂੰ ਅਨਾਉਂਸ ਕਰਦੇ ਨੇ, ਨਾ ਉੱਤੇ ਕਿਸੇ ਦੇ ਸਾਈਨ ਨੇ, ਨਾ ਵਾਰਿਸ ਪੰਜਾਬ ਜਥੇਬੰਦੀ ਦੀ ਕੋਈ ਸਟੈਂਪ ਆ, ਨਾ ਹੀ ਜਥੇਬੰਦੀ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਆ। ਇੱਦਾਂ ਦੇ ਕਾਗਜ਼ ਤਾਂ ਜਿੰਨੇ ਮਰਜ਼ੀ ਬਣਵਾ ਲਓ। ਆ ਜਿੰਨੇ ਸਾਡੇ ਵੀਰ ਬੈਠੇ ਨੇ ਸਾਰਿਆਂ ਦੇ ਕਾਗਜ਼ ਬਣਾ ਦਾਂਗੇ। 5 ਮਿੰਟਾਂ ਦਾ ਕੰਮ ਆ ਮੋਬਾਈਲ ਤੇ ਬਣਾਉਣਾ। ਉਹ ਕਾਨਫਰੰਸ ਕਿੱਥੇ ਹੋਈਆਂ ਨੇ, ਉਹ ਜਥੇਬੰਦੀਆਂ ਦੀ ਮੀਟਿੰਗ ਕਿੱਥੇ ਹੋਈਆਂ ਨੇ, ਉਹ ਵੋਟਿੰਗ ਕਿੱਥੇ ਹੋਈ ਆ। अमृतपाल ਜਵਾਬ ਦੇਵੇ, ਗਾਲਾਂ ਕੱਢਣ ਨਾਲ ਨਹੀਂ ਕੰਮ ਬਣਨਾ। ਜਥੇਬੰਦੀ ਦੇ ਵਿੱਚ ਜਿਹੜੀ ਇੱਕ ਅਹਿਮ ਗੱਲ ਸੀਗੀ ਦੀਪ ਭਾਜੀ ਨੇ ਸਾਰਿਆਂ ਨੂੰ ਕਹੀ ਸੀ। ਜਦੋਂ ਮੈਂ ਦੀਪ ਭਾਜੀ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਜਥੇਬੰਦੀ ਦੇ ਵਿੱਚ ਕੋਈ ਅਹੁਦਾ ਕਿਉਂ ਨਹੀਂ ਲੈਂਦੇ, ਤੁਸੀਂ ਪ੍ਰਧਾਨ ਕਿਉਂ ਨਹੀਂ ਬਣਦੇ, ਤਾਂ ਬਾਈ ਨੇ ਬੜਾ ਗੰਭੀਰ ਹੋ ਕੇ ਇੱਕ ਜਵਾਬ ਮੈਨੂੰ ਦਿੱਤਾ ਜਿਹੜਾ ਵਾਕਿਆ ਬੜਾ ਪਿਆਰਾ ਜਵਾਬ ਸੀ। ਉਹ ਕਹਿੰਦਾ ਤੁਸੀਂ ਪ੍ਰਧਾਨ ਲੋਚਦੇ ਜੇ ਕਿ ਤੁਹਾਡੇ ਸਿਰ ਦੇ ਉੱਤੇ ਆਣ ਕੇ ਇੱਕ ਬੈਠੇ ਤੁਹਾਡੇ ਉੱਤੇ ਹੁਕਮ ਚਲਾਵੇ, ਜਦੋਂ ਤੁਸੀਂ ਔਖੇ ਹੋਵੋ ਤੁਹਾਡੀ ਗੱਲ ਨੂੰ ਕੁਚਲ ਕੇ ਪਾਸੇ ਰੱਖ ਦੇਵੇ। ਮੈਂ ਨਹੀਂ ਚਾਹੁੰਦਾ ਕਿ ਇੱਥੇ ਕੋਈ ਪ੍ਰਧਾਨ ਬਣੇ। ਇਹ ਕਾਰਜਕਾਰੀ ਜਥੇਦਾਰ ਇਸ ਲਈ ਥਾਪਿਆ ਗਿਆ ਵਾ ਤਾਂ ਕਿ ਸਾਡੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ 11 ਮੈਂਬਰੀ 21 ਮੈਂਬਰੀ 31 ਮੈਂਬਰੀ ਇਕਾਈਆਂ ਜਮ੍ਹਾਂ ਹੋਣ। ਜਦੋਂ ਵੀ ਕੋਈ ਫੈਸਲਾ ਲੈਣਾ ਵਾ
ਜਦੋਂ ਇੱਕ ਬੰਦਾ ਫੈਸਲਾ ਲਏਗਾ ਉਹ ਗਲਤ ਹੋ ਸਕਦਾ, ਜਦੋਂ 20-30 ਬੰਦੇ ਫੈਸਲਾ ਲੈਣਗੇ ਤਾਂ ਉਹ ਫੈਸਲਾ ਗਲਤ ਨਹੀਂ ਹੋ ਸਕਦਾ। ਇਹ ਦੀਪ ਸਿੱਧੂ ਬਾਈ ਦੀ ਇੱਕ ਸੋਚ ਸੀਗੀ, ਉਹ ਸੋਚ ਨੂੰ ਲੈ ਕੇ ਅਸੀਂ ਤਾਂ ਅੱਗੇ ਚੱਲ ਪਏ ਕਿ ਅਸੀਂ ਹਰ ਜਗ੍ਹਾ ਤੇ ਪ੍ਰਧਾਨ ਲਾ ਰਹੇ ਹਾਂ ਤਾਂ ਕਿ ਪ੍ਰਧਾਨ ਆਪਣੇ 12-13 ਬੰਦੇ 15 ਬੰਦੇ 21 ਬੰਦੇ ਜਿਹਨੇ ਵੀ ਚੁਣੇ ਉਹ ਕਮੇਟੀ ਦੇ ਵਿੱਚ ਸ਼ਾਮਲ ਹੋਣ ਔਰ ਅਗਲੇ ਬੰਨੇ ਉਹ ਜਥੇਬੰਦੀ ਦੀ ਅਗਵਾਈ ਕਰਨ। ਪਰ ਇੱਥੇ ਤਾਂ ਪ੍ਰਧਾਨਗੀ ਵਾਲਾ ਚੱਕਰ ਪੈ ਗਿਆ। ਜਿਹੜਾ ਦੀਪ ਸਿੱਧੂ ਭਾਜੀ ਹੁਣੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਤੁਸੀਂ ਪ੍ਰਧਾਨ ਬਣਾਇਆ, ਬੰਦ ਕਮਰਿਆਂ ਦੇ ਵਿੱਚ ਜਾ ਕੇ ਮੀਟਿੰਗ ਕਰਨਗੇ, ਤੁਹਾਡੇ ਹੱਕਾਂ ਨੂੰ ਕੁਚਲ ਕੇ ਰੱਖ ਦੇਣਗੇ। ਕਿਸਾਨੋਂ ਤੁਸੀਂ ਬਾਰਡਰ ਦੇ ਉੱਤੇ ਬੈਠੇ ਜੇ ਤੁਹਾਡੇ ਬਿੱਲ ਵਾਪਸ ਹੋ ਜਾਂਦੇ ਤੁਹਾਨੂੰ ਫਾਇਦਾ ਕੀ ਆ? ਇੱਥੇ ਬਹਿ ਕੇ ਸਾਨੂੰ ਹੱਕ ਲੈਣੇ ਪੈਣੇ ਆ। ਉਹ ਬੰਦਾ ਉਹਦੇ ਤੋਂ ਬਾਅਦ ਵੀ ਰੌਲਾ ਪਾਉਂਦਾ ਰਿਹਾ ਪਰ ਕਿਸੇ ਨੇ ਕੁਝ ਨਹੀਂ ਸੁਣੀ। ਜਦੋਂ ਜਥਾ ਵਾਪਸ ਆਇਆ ਦਿੱਲੀ ਤੋਂ, ਅੱਜ ਆਪਾਂ ਫਿਰ MSP ਵਾਸਤੇ ਉਸੇ ਤਰ੍ਹਾਂ ਹੀ ਲੜਦੇ ਪਏ ਆ। ਇਹ ਪ੍ਰਧਾਨਗੀ ਵਾਲੇ ਮੁੱਦੇ ਦੇ ਵਿੱਚੋਂ ਜੋ ਸੀਗਾ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ। ਦੀਪ ਸਿੱਧੂ ਭਾਜੀ ਹੋਣਾ ਦੀ ਇੱਕ ਜ਼ਿਹਨ ਦੀ ਅੰਦਰਲੀ ਸੱਚਾਈ ਸੀ ਕਿ ਉਹ ਕਿਸ ਤਰ੍ਹਾਂ ਰਨ ਕਰਨਾ ਚਾਹੁੰਦੇ ਸੀ ਇਸ ਜਥੇਬੰਦੀ ਨੂੰ। ਦੂਜਾ ਸਵਾਲ ਮੇਰੇ ਵੱਲੋਂ ਹੈਗਾ ਆ, ਅੰਮ੍ਰਿਤਪਾਲ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਹੈ, ਸੰਗਤ ਨੂੰ ਗੁੰਮਰਾਹ ਕਰਦਾ ਹੈ। ਅੰਮ੍ਰਿਤਪਾਲ ਦੀਪ ਸਿੱਧੂ ਦਾ ਵਾਰਸ ਹੋਣ ਦਾ ਦਾਅਵਾ ਕਰਦਾ ਹੈ। ਦੀਪ ਸਿੱਧੂ ਦੇ ਸੰਸਕਾਰ ਤੋਂ ਅਮਰੀਕਾ ਕੈਨੇਡਾ ਤੋਂ ਲੋਕ ਆਏ ਨੇ। ਅੰਮ੍ਰਿਤਪਾਲ ਕਿੱਥੇ ਸੀ? ਕਿਸੇ ਨੇ ਸੰਸਕਾਰ ਤੇ ਦੇਖਿਆ ਉਸ ਨੂੰ? ਸ਼ਾਇਦ ਕਿਸੇ ਨੇ ਵੀ ਨਹੀਂ ਦੇਖਿਆ। ਸਾਨੂੰ ਲੱਗਿਆ ਸ਼ਾਇਦ ਭੋਗ ਤੇ ਆਏਗਾ। ਭੋਗ ਤੇ ਦੁਨੀਆ ਜਹਾਨ ਤੋਂ ਲੋਕ ਆਏ, ਪੈਰ ਰੱਖਣ ਦੀ ਜਗ੍ਹਾ ਨਹੀਂ ਸੀ। ਅੰਮ੍ਰਿਤਪਾਲ ਨਹੀਂ ਆਇਆ। ਦੱਸਿਆ ਇਹ ਗਿਆ ਕਿ ਉਹਦੇ ਉੱਤੇ ਕੋਈ ਕੇਸ ਹੈਗਾ ਜੰਮੂ ਕਸ਼ਮੀਰ ਦੇ ਵਿੱਚ, ਜਿਹੜਾ ਇਹਨੇ ਕਲੱਬ ਹਾਊਸ ਦੇ ਵਿੱਚ ਦੱਸਿਆ, ਜਾਂ ਜਿਹੜੇ ਇਹਦੇ IT ਟੀਮ ਆ ਉਹਨੇ ਜਿਹੜੀ ਝੂਠ ਫੈਲਾਇਆ ਕਿ ਇੱਕ ਕੋਈ ਕੇਸ ਆ ਜਿਹਦੇ ਕਰਕੇ ਉਹ ਨਹੀਂ ਆ ਸਕਦਾ। ਉਸ ਤੋਂ ਬਾਅਦ ਮਾਨ ਸਾਹਿਬ ਦਾ ਪ੍ਰਚਾਰ ਹੋਇਆ, ਮਾਨ ਸਾਹਿਬ ਦੇ ਇਲੈਕਸ਼ਨ ਦਾ ਪ੍ਰਚਾਰ ਪੂਰੀ ਕੌਮ ਨੇ ਕੀਤਾ। ਰਾਜਸਥਾਨ ਤੋਂ ਮੇਰੇ ਨਾਲ ਮੁੰਡੇ ਹੈਗੇ ਨੇ, ਉਹ ਆਏ ਪ੍ਰਚਾਰ ਕਰਨ। ਉਹਨਾਂ ਦਾ ਸੰਗਰੂਰ ਸੀਟ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਮੈਂ ਚੰਡੀਗੜ੍ਹ ਤੋਂ ਆ, ਜਿੱਦਣ ਮਾਨ ਸਾਹਿਬ ਜਿੱਤੇ ਆ ਚੰਡੀਗੜ੍ਹ ਤੋਂ, ਮੇਰਾ ਸੰਗਰੂਰ ਸੀਟ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਉਹ ਇੱਕ ਕੌਮ ਦੀ ਜਿੱਤ ਦੀ ਖੁਸ਼ੀ ਸੀ, ਸਾਡੇ ਇੱਕ ਜਰਨੈਲ ਦੀ ਖੁਸ਼ੀ ਸੀ। ਅਸੀਂ ਘਰਾਂ 'ਚ ਪਟਾਕੇ ਵਜਾਏ ਆ, ਸਾਰੀ ਦੁਨੀਆ ਮਾਨ ਸਾਹਿਬ ਕੋਲ ਪਹੁੰਚੀ ਆ। ਅੰਮ੍ਰਿਤਪਾਲ ਕਿੱਥੇ ਸੀ ਉਸ ਖੁਸ਼ੀ 'ਚ? ਇਹ ਨਹੀਂ ਪਹੁੰਚਿਆ। ਅੱਜ ਕਿਹੜੀ ਜੰਗ ਲੱਗੀ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਇਹ ਜਿੱਤਣ ਆਇਆ? ਅੱਜ ਕੀ ਪੰਜਾਬ 'ਚ ਹੋ ਰਿਹਾ ਜਿਹਦੇ ਕਰਕੇ ਪੰਜਾਬ 'ਚ ਆ ਕੇ ਬੈਠਿਆ? ਜਿਹੜੇ ਅਸੀਂ ਸਵਾਲ ਚੱਕਣੇ ਸ਼ੁਰੂ ਕੀਤੇ ਆ ਪਿਛਲੇ 20-25 ਦਿਨਾਂ ਤੋਂ, ਇਹਨਾਂ ਸਵਾਲਾਂ ਦੇ ਜਵਾਬ ਜਾ ਕੇ ਦੂਜੀਆਂ ਚੈਨਲਾਂ 'ਤੇ ਇੰਟਰਵਿਊਜ਼ ਦੇ ਰਿਹਾ, ਸਾਡੇ ਸਕਰੀਨਸ਼ਾਟ ਉੱਥੇ ਦੇ ਰਿਹਾ। ਸਾਡੇ ਨਾਲ ਬੈਠੇ ਤੇ ਸਾਡੇ ਨਾਲ ਗੱਲ ਕਰੇ ਤਾਂ ਸਾਨੂੰ ਸਾਹਮਣੇ 'ਚ ਬੈਠ ਕੇ ਜਵਾਬ ਦੇਵੇ। ਸੰਗਤ 'ਚ ਆਵੇ, ਬੰਦ ਕਮਰੇ ਮੀਟਿੰਗ ਨਹੀਂ ਹੋਣੀ ਜੀ। ਆਹ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਨੇ, ਇਹ ਸਾਡੇ ਕੁਐਸਚਨ ਸੀਗੇ ਜਿਨ੍ਹਾਂ ਦੇ ਅਸੀਂ ਆਨਸਰ ਚਾਹੁੰਦੇ ਹਾਂ। ਜੇ ਤੁਹਾਡਾ ਕੋਈ ਸਵਾਲ ਹੈਗਾ ਵਾ ਤੇ ਤੁਸੀਂ ਸਾਨੂੰ ਦੱਸ ਦਿਓ। ਇਹ ਸਾਡਾ ਇੱਕ ਲੜਕਾ ਜਿਹੜਾ ਜਗਮੀਤ ਸਿੰਘ, ਜਿੱਦਣ ਦੀਪ ਭਾਜੀ ਦੇ ਨਾਲ ਹੈਪਨ ਹੁੰਦੀ ਆ, ਐਕਸੀਡੈਂਟ ਹੁੰਦਾ ਵਾ, ਉਹਦੇ ਤੋਂ ਪਹਿਲਾਂ ਇਹ ਬੰਦਾ ਜਿਹੜਾ ਵਾ ਉਹ ਯੂਆਪਾ ਦੇ ਕੇਸ 'ਚ ਅੰਦਰ ਹੋ ਜਾਂਦਾ ਵਾ। ਉਹਦੇ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਮਨਜੀਤ ਕਰਤਾਰਪੁਰ, ਜਿਹੜਾ ਦੀਪ ਭਾਜੀ ਦੀ ਸੱਜੀ ਬਾਂਹ ਗਿਣਿਆ ਜਾਂਦਾ ਸੀ, ਹਰ ਵੇਲੇ ਦੀਪ ਭਾਜੀ ਦੇ ਨਾਲ ਰਹਿੰਦਾ ਸੀ। ਇਹ ਦੋ ਬੰਦੇ ਸੀ। ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ। ਦੀਪ ਭਾਜੀ ਉਹਨਾਂ ਘਰ ਗਏ, ਉਹਨਾਂ ਨੇ ਕਿਹਾ ਕਿ ਮਨਜੀਤ ਤੂੰ ਇੱਥੇ ਰਹਿਣਾ ਵਾ, ਆਪਣੇ ਘਰ ਰਹਿਣਾ ਵਾ, ਤੇਰੇ ਫਾਦਰ ਸਾਹਿਬ ਦੀ ਡੈਥ ਹੋਈ ਆ, ਮਾਤਾ ਜੀ ਨੂੰ ਜ਼ਰੂਰਤ ਹੈ, ਪਰਿਵਾਰ ਨੂੰ ਜ਼ਰੂਰਤ ਆ। ਉਹਦੇ ਤੋਂ ਬਾਅਦ ਦੀਪ ਭਾਜੀ ਇਕੱਲੇ ਹੋ ਗਏ ਕਿਉਂਕਿ ਜਗਮੀਤ ਵੀ ਅੰਦਰ ਸੀ। ਔਰ ਉਹਦੇ ਤੋਂ ਬਾਅਦ ਇਹ ਜਿਹੜੀ ਹੈਪਨ ਹੁੰਦੀ ਆ, ਸਾਡੇ ਮਨ ਦੇ ਵਿੱਚ ਕਈ ਸ਼ੰਕਾਵਾਂ ਨੇ। ਸਾਡੇ ਜਿਹੜੇ ਸਵਾਲ ਸੀ, ਮੇਰੇ ਆਪਣੇ ਸਵਾਲ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਰੱਖੇ ਨੇ। ਪਰ ਸਹੀ ਤੁਹਾਡਾ ਕੋਈ ਸਵਾਲ ਹੋਰ? ਹਾਂਜੀ, ਇੱਕ ਸਵਾਲ ਹੋਰ ਹੈਗਾ। ਜਦੋਂ ਇਹਨੇ ਕਲੱਬ ਹਾਊਸ ਤੇ ਇਹ ਚੀਜ਼ ਫੈਲਾਣੀ ਸ਼ੁਰੂ ਕੀਤੀ ਕਿ ਅੰਮ੍ਰਿਤਪਾਲ ਦੇ ਉੱਤੇ ਕਸ਼ਮੀਰ ਦੇ ਵਿੱਚ ਕੋਈ ਕੇਸ ਚੱਲਦਾ ਹੈ, ਤੇ ਸਾਰਿਆਂ ਨੇ ਉਹ ਚੀਜ਼ ਮੰਨ ਲਈ ਸੀ। ਪਿੱਛੇ ਇੱਕ ਮੁੰਡਾ, ਸਾਡਾ ਬੱਚਾ ਅਮਰੀਕਾ ਤੋਂ ਆਉਂਦਾ ਹੈਗਾ, ਮੈਨੂੰ ਨਾਮ ਚੇਤੇ ਨਹੀਂ ਹੈਗਾ ਬੱਚੇ ਦਾ, ਸ਼ਾਇਦ ਤੁਹਾਨੂੰ ਪੱਤਰਕਾਰ ਮੁੰਡਾ ਆਉਂਦਾ ਹੈਗਾ ਅਮਰੀਕਾ ਤੋਂ। ਉਹਨੂੰ ਇੰਡੀਅਨ ਗਵਰਨਮੈਂਟ 에ਅਰਪੋਰਟ ਤੋਂ ਵਾਪਸ ਭੇਜ ਦਿੰਦੀ ਆ। ਕਿਉਂ? ਕਿਉਂਕਿ ਉਹ ਕਿਸਾਨੀ ਅੰਦੋਲਨ ਦੇ ਵਿੱਚ ਕੁਝ ਲਿਖਦਾ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ। ਜਿਹੜਾ ਜਗਮੀਤ ਮੁੰਡਾ ਹੈਗਾ, ਜਿਹੜਾ ਵਾਟਰ ਕੈਨਨ ਦੇ ਅੱਗੇ ਖੜਿਆ ਹੋਇਆ, ਇੱਕ ਆਈਕਨ ਹੈ ਉਹ ਮੁੰਡਾ, ਉਹਨੂੰ ਸਿਰਫ ਇਸ ਲਈ ਪੁਲਿਸ ਨੇ ਚੱਕ ਲਿਆ ਕਿਉਂਕਿ ਉਹਦੇ ਹੱਥ ਤੇ ਵਿੱਚ ਇੱਕ ਕੱਪੜਾ ਸੀ ਜਿਹਦੇ ਉੱਤੇ ਲਿਖਿਆ ਸੀ ਆਜ਼ਾਦੀ ਹੀ ਹੱਲ ਹੈ। 8 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਕੱਲ ਉਹਦੀ ਜ਼ਮਾਨਤ ਹੋਈ ਹੈ, ਉਹ ਬਾਹਰ ਆਂਦਾ ਹੈ। ਮੈਂ ਤੁਹਾਨੂੰ ਫੋਟੋਜ਼ ਦੇ ਦਾਂਗਾ ਨਾਲ, ਡਾਟਾ ਸਾਰਾ ਮੈਂ ਤੁਹਾਨੂੰ ਦੇ ਦਾਂਗਾ। 8 ਮਹੀਨੇ ਬਾਅਦ ਉਹ ਮੁੰਡਾ ਜਿਹੜਾ ਹੈਗਾ ਔਰ ਉਹਦੇ ਮਾਤਾ ਜੀ ਆਂਦੇ ਨੇ। ਹੋਰ ਬਹੁਤ ਸਾਰੇ ਇਦਾਂ ਦੇ ਕੇਸ ਨੇ। ਜੱਗੀ ਜੌਲ ਸਾਡਾ ਵੀਰ 5 ਸਾਲ ਤੋਂ ਅੰਦਰ ਹੈ। ਉਹ ਕੀ ਕਰਦਾ ਸੀ? ਉਹ ਸਿਰਫ ਸੰਘਰਸ਼ ਦੇ ਵਿੱਚ ਜੋ ਵੀ ਡਾਟਾ ਸੀਗਾ, ਜੋ ਵੀ ਲਿਟਰੇਚਰ ਸੀ, ਉਹਨੂੰ ਸਿਰਫ ਟਰਾਂਸਲੇਟ ਕਰਦਾ ਰਿਹਾ। ਇਹ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਅੰਮ੍ਰਿਤਪਾਲ, ਇਹ ਖੁੱਲੇ ਚੈਲੰਜ ਦੇ ਰਿਹਾ ਜੀ, ਮੁੰਡਿਓ ਆ ਜਾਓ, ਲੱਕੜਾਂ ਇਕੱਠੀਆਂ ਕਰ ਲਓ, ਸਿਰ ਤੇ ਕਫਨ ਬੰਨ ਲਓ, ਦਿੱਲੀ ਤੇ ਚੜ੍ਹ ਜਾਣਾ, ਸਰਕਾਰ ਨਾਲ ਟੱਕਰਾਂ ਲੈ ਲੈਣੀਆਂ। ਸਰਕਾਰ ਦੇ ਕੰਨ ਬੰਦ ਨੇ। ਉਹ ਬੱਚੇ ਜਿਹੜੇ ਅਮਰੀਕਾ 'ਚ ਬੈਠ ਕੇ ਸਿਰਫ ਆਰਟੀਕਲ ਲਿਖਦੇ ਰਹੇ ਨੇ, ਉਹਨਾਂ ਨੂੰ ਤਾਂ ਸਰਕਾਰ 에ਅਰਪੋਰਟ ਤੇ ਡੱਕ ਲੈਂਦੀ ਆ। ਇਹਦੀ ਕਿਹੜੀ ਸੈਟਲਮੈਂਟ ਹੈ? ਜਿਹੜੇ ਇਹਦੇ ਕਸ਼ਮੀਰ ਦੇ ਪਰਚੇ ਰੱਦ ਹੋ ਗਏ ਨੇ, ਉਹ ਪਰਚੇ ਕਿੱਥੇ ਗਏ ਨੇ? ਇਹਦੀ ਕਿਹੜੀ ਸੈਟਲਮੈਂਟ ਹੈ ਕਿ ਇਹ ਲਿਸਟਾਂ ਬਣਾ ਰਿਹਾ ਬੱਚਿਆਂ ਦੀਆਂ? ਸਾਡੇ ਮੁੰਡਿਆਂ ਦੀਆਂ ਲਿਸਟਾਂ ਤਾਂ KPS ਗਿੱਲ ਨੇ ਬਹੁਤ ਬਣਾਈਆਂ ਨੇ।
ਉਸ ਜ਼ਮਾਨੇ 'ਚ ਬਹੁਤ ਲਿਸਟਾਂ ਬਣੀਆਂ ਨੇ। ਅੱਜ ਸਾਡਾ ਵੀਰ ਜਦੋਂ ਦੀਪ ਸਿੱਧੂ ਸ਼ੰਭੂ ਮੋਰਚੇ ਬੈਠਿਆ, ਉਹਨੇ ਕਿਹੜੀਆਂ ਲਿਸਟਾਂ ਬਣਾਈਆਂ ਸੀ? ਉਹਨੇ ਮੁੰਡਿਆਂ ਦੀਆਂ ਕਿਹੜੀਆਂ ਲਿਸਟਾਂ ਬਣਾਈਆਂ ਸੀ? ਉਹਨੇ ਸਿਰਫ ਆਵਾਜ਼ ਮਾਰੀ, ਜਿਹੜੇ ਮਰਜੀਵੜੇ ਨੇ ਜਿਨ੍ਹਾਂ ਨੇ ਕੌਮ ਦੇ ਲਈ ਸਿਰ ਲਾਣਾ ਉਹਦੇ ਪਿੱਛੇ ਖੜੇ ਸੀ। ਜਦੋਂ ਦਿੱਲੀ ਤੇ ਜਾਣਾ ਸੀ, ਦਿੱਲੀ ਜਾਣਾ ਸੀਗਾ, ਕਿਹੜੀਆਂ ਲਿਸਟਾਂ ਬਣੀਆਂ? ਕੋਈ ਲਿਸਟਾਂ ਨਹੀਂ ਬਣੀਆਂ, ਸਿਰਫ ਇੱਕ ਆਵਾਜ਼ ਸੀ ਤੇ ਮੁੰਡੇ ਜਾ ਕੇ ਖੜੇ ਸੀਗੇ। ਦਿੱਲੀ ਲਾਲ ਕਿਲੇ ਤੇ ਚੜ੍ਹਨ ਵੇਲੇ ਕੋਈ ਲਿਸਟਾਂ ਨਹੀਂ ਬਣੀਆਂ। ਅੱਜ ਇਹ ਕੌਮ ਦਾ ਜਥੇਦਾਰ ਹੋਣ ਦਾ ਦਾਵਾ ਕਰ ਰਿਹਾ, ਦਾਵਾ ਪੇਸ਼ ਕਰ ਰਿਹਾ, ਇਹ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਦਾਵਾ ਪੇਸ਼ ਕਰ ਰਿਹਾ ਔਰ ਇਹ ਲਿਸਟਾਂ ਬਣਾ ਰਿਹਾ ਮੁੰਡਿਆਂ ਦੀਆਂ ਕਿ ਆ ਜਾਓ, ਜਿਹੜੇ ਸਿਰ ਦੇਣਾ ਚਾਹੁੰਦੇ ਨੇ ਉਹ ਲਿਸਟਾਂ ਬਣਾਓ, ਮੈਨੂੰ ਨਾਮ ਲਗਾਓ। ਇਨਾਮ ਕਿਹਨੂੰ ਦੇਣੇ ਨੇ? ਕਿੱਥੇ ਪਹੁੰਚਾਣੇ ਨੇ ਇਨਾਮ? ਤੇ ਇਹਦੀਆਂ ਸੈਟਲਮੈਂਟ ਕਿੱਥੇ ਹੋ ਰਹੀਆਂ ਨੇ? ਕਿਹੜੇ ਇਹਦੇ ਪਰਚੇ ਰੱਦ ਹੋ ਰਹੇ ਨੇ? ਇਹ ਕਿਸ ਤਰੀਕੇ ਨਾਲ ਹੋ ਰਿਹਾ ਸਾਰਾ ਕੰਮ? ਸਭ ਤੋਂ ਜ਼ਰੂਰੀ ਮੇਰੇ ਭਰਾਵਾਂ ਨੂੰ, ਅਸੀਂ ਬੜੇ ਔਖੇ ਟਾਈਮ ਕੱਟੇ ਨੇ ਵੀਰੋ ਪਿੱਛੇ। ਸਾਡੀਆਂ ਲਿਸਟਾਂ ਗਵਰਨਮੈਂਟ ਨੇ ਬਹੁਤ ਬਣਾਈਆਂ ਨੇ, ਸਾਡੇ ਬੱਚਿਆਂ ਦੇ, ਮੇਰੇ ਵਰਗੇ ਨੌਜਵਾਨਾਂ ਦੇ ਸ਼ਿਕਾਰ ਬਹੁਤ ਖੇਲੇ ਗਏ ਨੇ। ਆਪਣੀਆਂ ਲਿਸਟਾਂ ਤੋਂ ਬਚੋ। ਜਦੋਂ ਕੌਮ ਨੂੰ ਲੋੜ ਹੋਗੀ, ਤੁਸੀਂ ਕਿਤੇ ਨਹੀਂ ਗਏ, ਤੁਸੀਂ ਕਿਤੇ ਨਹੀਂ ਭੱਜੇ, ਪਰ ਲਿਸਟਾਂ ਤੋਂ ਬਚਣਾ ਮੇਰੇ ਵੀਰੋ। ਇੱਕ ਹੋਰ ਗੱਲ ਜਿਹੜੀ ਕਰਦੇ ਸੀਗੇ ਕਿ ਜਿੰਨੇ ਸਿਰ ਦੇਣਾ ਵਾ, ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਕੰਮ ਤਾਂ ਕਰਦੇ ਆ ਕੌਮ ਵਾਸਤੇ ਪਰ ਪਿੱਛੇ ਕੋਈ ਨਹੀਂ ਖੜਦਾ, ਉਹਨਾਂ ਨੂੰ ਇੱਕ ਸਪਸ਼ਟ ਸੁਨੇਹਾ ਜਿਹੜਾ ਦਿੱਤਾ ਵਾ ਅੰਮ੍ਰਿਤਪਾਲ ਸਿੰਘ ਹੋਣਾ ਨੇ ਕਿ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਨੇ ਤੇ ਤੁਸੀਂ ਕਰੋ। ਉੱਥੇ ਮੈਂ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੇ ਕੌਮ ਦੇ ਵਿੱਚ ਕੋਈ ਯੋਧੇ ਜਾਂ ਜਰਨੈਲ ਹੋਏ ਨੇ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਸਿਰ ਦੇ ਉੱਤੇ ਧਰੀ ਆ ਤੇ ਉਹਨਾਂ ਨੇ ਆਪ ਹੀ ਇਕੱਲੇ ਖੜੇ ਹੋ ਕੇ ਉਹ ਸਾਰਾ ਕੁਝ ਕੀਤਾ। ਉਹਦੇ ਤੋਂ ਬਾਅਦ ਜੇਲ੍ਹਾਂ ਕੱਟੀਆਂ, ਅੱਜ ਵੀ ਜੇਲ੍ਹਾਂ 'ਚ ਬੰਦ ਨੇ ਜਾਂ ਫਾਹੇ ਲੱਗ ਗਏ ਨੇ। ਕਦੀ ਵੀ ਕਿਸੇ ਦਾ ਸਹਾਰਾ ਕਿਸੇ ਸਿੱਖ ਜਰਨੈਲ ਨੇ ਨਹੀਂ ਲੋਚਿਆ ਔਰ ਨਾ ਹੀ ਅੱਗੇ ਕੋਈ ਲੋਚੇਗਾ। ਇਹਦੇ ਤੋਂ ਅੱਗੇ ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਤਾਂ ਤੁਸੀਂ ਸਵਾਲ ਕਰ ਸਕਦੇ ਹੋ। ਲਾਸਟ ਮੈਂ ਦੱਸ ਦਵਾਂ, ਦੀਪ ਸਿੱਧੂ ਦੇ ਪਰਿਵਾਰ ਦਾ ਬਹੁਤ ਵੱਡੀ ਦੇਣ ਆ। ਉਹਨਾਂ ਨੇ ਇੱਕ ਬੱਚਾ ਪਹਾੜ ਜਿੱਡਾ, ਆਪਣਾ ਬੱਚਾ ਪਾਲਿਆ ਪੋਸਿਆ, ਪਹਾੜ ਜਿੱਦਾਂ ਤਿਆਰ ਕੀਤਾ, ਕੌਮ ਦੇ ਲੇਖੇ ਲਾਇਆ, ਉਹਨਾਂ ਦੀ ਬਹੁਤ ਵੱਡੀ ਦੇਣ ਆ। ਪਰ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਹਥਿਆਣ ਦੇ ਚੱਕਰ 'ਚ, ਇਸ ਤੇ ਕਬਜ਼ਾ ਕਰਨ ਦੇ ਚੱਕਰ 'ਚ ਅੰਮ੍ਰਿਤਪਾਲ ਦੇ ਨਾਲ ਇੱਕ ਨਾਮ ਆਂਦਾ ਆ, ਚਾਚਾ ਬਘੇਲ, ਜਿਹੜਾ ਕਿ ਆਪਣੇ ਆਪ ਨੂੰ ਕੁੱਤੇ ਖਾਣੀ ਸਪੈਸ਼ਲਿਸਟ ਬੜਾ ਲੰਬਾ ਟਾਈਮ ਦੱਸਦਾ ਰਿਹਾ। ਇਸ ਦੀ ਪੂਰੀ ਟੀਮ ਆ ਜਿਹੜੀ ਪਰਿਵਾਰ ਦੀ ਕਿਰਦਾਰਕੁਸ਼ੀ ਕਰਦੀ ਆ, ਮਨਦੀਪ ਦੀ ਕਿਰਦਾਰਕੁਸ਼ੀ ਕਰਦੀ ਹੈ। ਕੋਈ ਐਕਟੀਵਿਟੀ ਹੁੰਦੀ ਹੈ, ਪਰਿਵਾਰ ਨੇ ਦੀਪ ਸਿੱਧੂ ਦਾ ਇੱਕ ਸੁਪਨਾ ਆ IPS IS ਟ੍ਰੇਨਿੰਗ ਦੇ ਸੈਂਟਰ ਹੋਣ ਕੌਮ ਦੇ ਆਪਣੇ, ਗੁਰਮਤ ਸਿੱਖਿਆ ਦਾ ਇੱਕ ਗੁਰਦੁਆਰਾ ਹੋਵੇ ਜਿੱਥੇ ਗੁਰਮਤ ਸਿੱਖਿਆ ਹੋਵੇ, ਬੱਚਿਆਂ ਨੂੰ ਤਿਆਰ ਕੀਤਾ ਜਾਵੇ, ਗੁਰਮਤ ਨਾਲ ਜੋੜਿਆ ਜਾਵੇ। ਪਰਿਵਾਰ ਨੇ 10 ਕਿੱਲੇ ਜ਼ਮੀਨ, 15 ਕਿੱਲੇ ਜ਼ਮੀਨ, ਮੈਨੂੰ ਪਤਾ ਹੈ ਕੁਛ ਅੰਦਾਜ਼ਾ 10 ਜਾਂ 15 ਕਿੱਲੇ ਜ਼ਮੀਨ ਲਈ ਹੈ ਲੁਧਿਆਣੇ ਦੇ ਵਿੱਚ। ਉੱਥੇ ਜ਼ਮੀਨ ਲੈ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਪਰ ਚਾਚਾ ਬਘੇਲ ਜਿਹੜਾ ਹੈਗਾ ਆ, ਪਰਿਵਾਰ ਨੂੰ ਫਿਰ ਤੋਂ ਜਲੀਲ ਕਰਦਾ। ਇੱਕ ਪਾਸੇ ਇਹੀ ਚਾਚਾ ਬਘੇਲ ਆ ਜਿਹੜਾ ਸੋਸ਼ਲ ਮੀਡੀਆ ਤੇ ਦੀਪ ਸਿੱਧੂ ਦੇ ਪਰਿਵਾਰ ਨੂੰ ਜਲੀਲ ਕਰਦਾ ਆ। ਹਰ 15 ਦਿਨ ਇਹਦੀ ਕੋਈ ਨਾ ਕੋਈ ਪੋਸਟ ਹੁੰਦੀ ਆ ਪਰਿਵਾਰ ਨੂੰ ਜਲੀਲ ਕਰਨ ਵਾਸਤੇ। ਦੂਜੇ ਪਾਸੇ ਇਹੀ ਚਾਚਾ ਬਘੇਲ ਹੈਗਾ ਆ ਜਿਹੜਾ ਅੰਮ੍ਰਿਤਪਾਲ ਨੂੰ ਵਡਿਆ ਰਿਹਾ ਆ, ਉਹਨੂੰ ਉੱਚਾ ਚੱਕ ਰਿਹਾ ਆ। ਇੱਕ ਪਾਸੇ ਦੀਪ ਸਿੱਧੂ ਦੀ ਜਥੇਬੰਦੀ ਹਥਿਆਈ ਜਾਂਦੀ ਆ, ਇੱਕ ਪਾਸੇ ਉਹਦੀਆਂ ਨਕਲੀ ਪੋਸਟਾਂ ਬਣਾਈਆਂ ਜਾਂਦੀਆਂ, ਇੱਕ ਪਾਸੇ ਉਹਦੇ ਨਕਲੀ ਪੇਜ ਬਣਾਏ ਜਾਂਦੇ ਆ, ਦੂਜੇ ਪਾਸੇ ਉਹਦੇ ਪਰਿਵਾਰ ਨੂੰ ਜਲੀਲ ਕਰਕੇ ਸੰਗਤ ਦੇ ਵਿੱਚ ਜਲੀਲ ਕੀਤਾ ਜਾਂਦਾ ਆ, ਔਰ ਤੀਜੇ ਪਾਸੇ ਅੰਮ੍ਰਿਤਪਾਲ ਨੂੰ ਚੱਕ ਕੇ ਵੜਿਆ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆ। ਦੀਪ ਸਿੱਧੂ ਦਾ ਭਰਾ ਜਦੋਂ ਇੰਗਲੈਂਡ ਗਿਆ ਆ, ਇੰਗਲੈਂਡ ਉਹ ਆਪਣੇ ਭਰਾ ਦੀਆਂ, ਕਿਉਂਕਿ ਇੰਗਲੈਂਡ ਦੀ ਸੰਗਤ ਨੇ ਦੀਪ ਸਿੱਧੂ ਦੀਆਂ ਨਿਸ਼ਾਨੀਆਂ ਮੰਗਵਾਈਆਂ ਸੀ ਕਿ ਅਸੀਂ ਉਹਦੀਆਂ ਨਿਸ਼ਾਨੀਆਂ ਦੇਖਣਾ ਚਾਹੁੰਦੇ ਆ। ਸਾਡਾ ਵੀ ਚਾਅ ਸੀਗਾ, ਮੈਂ ਵੀ ਉਹਦੀ ਜਿਹੜੀ ਦੀਪ ਸਿੱਧੂ ਦੇ ਭਰਾ ਦੇ ਹੱਥ 'ਚ ਇੱਕ ਸਿਮਰਨਾ ਸੀਗਾ, ਮੈਂ ਵੀ ਮੰਗਿਆ ਸੀਗਾ, ਪਰ ਮੈਨੂੰ ਨਹੀਂ ਮਿਲ ਸਕਿਆ। ਇਹਨਾਂ ਨੇ ਜਦੋਂ ਉੱਥੇ ਚਾਚਾ ਬਘੇਲ ਨੇ ਇਹ ਕਿਹਾ ਕਿ ਦੀਪ ਸਿੱਧੂ ਦਾ ਭਰਾ ਜਿਹੜਾ ਆ, ਦੀਪ ਸਿੱਧੂ ਦੀਆਂ ਨਿਸ਼ਾਨੀਆਂ ਦਿਖਾ ਕੇ $100 ਇਕੱਠੇ ਕਰਦਾ। ਇਸ ਤਰੀਕੇ ਤੱਕ ਜਾ ਕੇ ਪਰਿਵਾਰ ਨੂੰ ਜਲੀਲ ਕੀਤਾ ਗਿਆ। ਸਵਾਲ ਇਹ ਆ, ਤੁਸੀਂ ਸਾਰੇ ਮੀਡੀਆ ਪਰਸਨ ਹੈਗੇ ਹੋ, ਜਿੱਦਣ ਦੀਪ ਸਿੱਧੂ ਦੇ ਐਕਸੀਡੈਂਟ ਹੋਇਆ, ਉਹ ਕਾਰ ਜਿਹੜੀ ਹੈਗੀ ਆ ਤੁਹਾਡੇ ਚੈਨਲਾਂ 'ਤੇ ਟੈਲੀਕਾਸਟ ਹੋਈ ਆ, ਤੁਸੀਂ ਕਮੈਂਟਾਂ 'ਚ ਦੇਖਿਆ ਮੁੰਡੇ ਕਿੱਦਾਂ ਰੋ ਰਹੇ ਸੀ ਕਿ ਸਾਨੂੰ ਇਹ ਕਾਰ ਦੇ ਦਿਓ। ਮੇਰੇ ਤੱਕ ਆਫਰ ਆਏ ਨੇ ਕਿ ਮੈਨੂੰ 50 ਲੱਖ ਰੁਪਇਆ ਮੈਂ ਦਿੰਨਾ, ਭਾਜੀ ਮੈਨੂੰ ਕਾਰ ਦਵਾ ਦਿਓ। ਉਹ ਜਿਹੜਾ ਸਿਮਰਨੇ ਦੀ ਮੈਂ ਗੱਲ ਕਰਦਾ, 11,000 ਤਾਂ ਮੈਂ ਦੇਣ ਨੂੰ ਤਿਆਰ ਸੀ ਵੀ ਮੈਨੂੰ ਸਿਮਰਨਾ ਦੇ ਦਿਓ, ਪਰਿਵਾਰ ਨੇ ਉਹ ਨਹੀਂ ਦਿੱਤਾ। ਤੇ ਪਰਿਵਾਰ ਤੇ ਇਲਜ਼ਾਮ ਕੀ ਲਗਾਇਆ ਜਾਂਦਾ ਕਿ ਪਰਿਵਾਰ ਦੀਪ ਸਿੱਧੂ ਦੀਆਂ ਨਿਸ਼ਾਨੀਆਂ ਦਿਖਾ ਕੇ ਸੰਗਤ ਕੋਲੋਂ $100 ਇਕੱਠਾ ਕਰਦਾ। 2.5 ਕਰੋੜ ਦੀ ਤਾਂ ਦੀਪ ਸਿੱਧੂ ਦੀ ਕਾਰ ਖੜੀ ਹੈ ਘਰ, ਉਹ ਪਰਿਵਾਰ ਨੂੰ $100 ਇਕੱਠੇ ਕਰਨ ਦੀ ਲੋੜ ਹੈ। ਇਹ ਇਸ ਲੈਵਲ ਤੱਕ ਜਾ ਕੇ ਪਰਿਵਾਰ ਨੂੰ ਜਲੀਲ ਕਰ ਰਹੇ ਨੇ, ਇਸ ਲੈਵਲ ਤੱਕ ਘਟੀਆਂ ਹਰਕਤਾਂ ਤੇ ਉਤਰੇ ਹੋਏ ਨੇ, ਤਾਂ ਸਾਨੂੰ ਅੱਜ ਮੀਡੀਆ ਦੇ ਸਾਹਮਣੇ ਆਉਣਾ ਪਿਆ। ਨਹੀਂ, ਜਿਹੜਾ ਇਹ ਡਿਸਪਿਊਟ ਹੈ ਸਾਡਾ ਸੀਗਾ ਕਿ ਅਸੀਂ ਬੈਠੀਏ, ਦੋਨੋਂ ਜਥੇਬੰਦੀਆਂ ਬੈਠਣ, ਸੰਗਤ ਦੇ ਸਾਹਮਣੇ ਬੈਠਣ ਤੇ ਇਸ ਡਿਸਪਿਊਟ ਨੂੰ ਮਿਟਾਇਆ ਜਾਵੇ। ਪਰ ਦੂਜੇ ਪਾਸਿਓਂ ਦੀ ਹਰ ਸਾਡੇ ਨਾਲ ਲੱਗਦੇ ਬੰਦੇ ਨੂੰ ਫਰੇਮ ਕੀਤਾ ਜਾਂਦਾ, ਉਹਨੂੰ ਜਲੀਲ ਕੀਤਾ ਜਾਂਦਾ, ਉਹਨੂੰ ਦੀ ਸੰਗਤ ਦੀ ਨਜ਼ਰ 'ਚ ਮੁਜਰਮ ਘੋਸ਼ਿਤ ਕੀਤਾ ਜਾਂਦਾ। ਤੇ ਦੂਜੇ ਪਾਸੇ ਅੰਮ੍ਰਿਤਪਾਲ ਆਪਣੀ ਇੱਕ
ਛਵੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਕੌਮ ਦਾ ਜਰਨੈਲ ਲੱਗਣ ਦੀ ਕੋਸ਼ਿਸ਼ ਕਰ ਰਿਹਾ, ਇੱਕ 12ਵੀਂ ਪਾਸ ਜਿਹਨੂੰ ਜਪਜੀ ਸਾਹਿਬ ਨਹੀਂ ਆਂਦਾ। ਸਭ ਤੋਂ ਵੱਡੀ ਗੱਲ ਆ ਕਿ ਕੋਈ ਪ੍ਰਧਾਨ ਹੈ, ਸਾਨੂੰ ਕਿਸੇ ਦੇ ਪ੍ਰਧਾਨ ਹੋਣ ਤੇ ਕਿੰਤੂ ਪਰੰਤੂ ਨਹੀਂ। ਜੇ ਉਹਨਾਂ ਦੀ ਜਥੇਬੰਦੀ ਦਾ ਨਾਮ ਵਾਰਿਸ ਪੰਜਾਬ ਦੇ ਆ ਤੇ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਦਿਖਾ ਦਿਓ ਕੋਈ ਕਾਗਜ਼ ਕਿ ਤੁਸੀਂ ਵਾਕਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਜੀ। ਇਹ ਪ੍ਰੈਸ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ। ਦੂਸਰੀ ਗੱਲ, ਸਾਡੇ ਸ਼ੰਕੇ ਨੇ, ਸਾਡੀਆਂ ਸ਼ੰਕਾਵਾਂ ਨੇ, ਸਾਡੇ ਸਵਾਲ ਨੇ, ਅਸੀਂ ਜਿਹੜੇ ਤੁਹਾਡੇ ਸਾਹਮਣੇ ਰੱਖੇ ਆ, ਉਹਨਾਂ ਦੇ ਵਿੱਚ ਬੜਾ ਕੁਛ ਆ। ਤੁਸੀਂ ਸੋਸ਼ਲ ਮੀਡੀਆ ਆਪਾਂ ਸਾਰੇ ਜਾਣੇ ਅਪਡੇਟ ਕਰਦੇ ਰਹਿੰਦੇ ਆ। ਮੇਰੇ ਪੇਜ ਤੁਸੀਂ ਦੇਖ ਲਓ, ਉੱਥੇ ਜੇ ਮੈਂ ਕੋਈ ਪੋਸਟ ਪਾਉਣਾ ਵਾ ਉੱਥੇ ਥੱਲੇ ਕਮੈਂਟ ਆਉਂਦੇ ਨੇ, ਤੂੰ ਕੌਮ ਨੂੰ 2 ਫਾੜ ਕਰਦਾ ਪਿਆ ਵਾ, 3 ਫਾੜ ਕਰਦਾ ਪਿਆ ਵਾ, ਤੂੰ ਜਥੇਬੰਦੀ ਨੂੰ ਤਹਿਸ ਨਹਿਸ ਕਰਦਾ ਪਿਆ ਵਾ। ਇਸ ਕਰਕੇ ਜ਼ਰੂਰੀ ਸੀ ਕਿ ਅੱਜ ਸਾਰਿਆਂ ਦੇ ਸਾਹਮਣੇ ਸੱਚਾਈ ਰੱਖੀ ਜਾਵੇ ਕਿ ਕਿਸ ਤਰੀਕੇ ਦੀ ਇਹ ਜਥੇਬੰਦੀ ਆ, ਇਹਦਾ ਪ੍ਰਧਾਨ ਕਿਉਂ ਹਰਨੇਕ ਸਿੰਘ ਫੌਜੀ ਨੂੰ ਲਾਇਆ ਗਿਆ, ਕਿੰਨੀ ਦੇਰ ਵਾਸਤੇ ਲਗਾਇਆ ਗਿਆ, ਕਿਹੜੀਆਂ ਇਕਾਈਆਂ ਸੀ ਜਿਹੜੀਆਂ ਦੀਪ ਸਿੱਧੂ ਭਾਜੀ ਨੇ ਬਣਾਉਣੀਆਂ ਸੀ। ਸਾਡੇ ਮਨ 'ਚੋਂ ਹਾਲੇ ਤੱਕ ਇਹ ਸ਼ੰਕਾ ਨਹੀਂ ਨਿਕਲਿਆ ਕਿ 15 ਨੂੰ ਬਾਈ ਜੀ ਜਾਂਦੇ ਨੇ ਔਰ 20 ਤਰੀਕ ਨੂੰ ਪੋਸਟ ਪੈ ਜਾਂਦੀ ਆ ਉਸ ਮੋਬਾਈਲ ਤੋਂ ਜਿਹੜਾ ਕਿ ਲੱਭਿਆ ਹੀ ਨਹੀਂ ਆ। ਇੱਕ ਪੇਜ ਆ ਦੀਪ ਸਿੱਧੂ ਦੇ ਨਾਮ ਦੇ ਉੱਤੇ ਜਿਹੜਾ ਜਾਂ ਤਾਂ ਦੀਪ ਭਾਜੀ ਦੇ ਮੋਬਾਈਲ ਦੇ ਉੱਤੇ ਚੱਲਦਾ ਸੀ ਜਾਂ ਰੀਨਾ ਰਾਏ ਦੇ ਮੋਬਾਈਲ ਦੇ ਉੱਤੇ ਚੱਲਦਾ ਵਾ। ਸਾਨੂੰ ਹਾਲੇ ਤੱਕ ਉਹਦਾ ਜਵਾਬ ਨਹੀਂ ਮਿਲਿਆ। ਅਸੀਂ ਬਾਰ-ਬਾਰ ਪੋਸਟਾਂ ਪਾ ਲਈਆਂ, ਜਦੋਂ ਪੋਸਟ ਪਾਉਂਦੇ ਆ, ਵੀਡੀਓ ਪਾਉਂਦੇ ਆ, 10 12 15 ਫੇਕ ਆਈਡੀਆਂ ਆਉਂਦੀਆਂ ਨੇ, ਗਾਲਾਂ ਕੱਢਦੀਆਂ ਨੇ, ਟੋਲਰੇਟ ਕਰਦੀਆਂ ਨੇ। ਅਸੀਂ ਇਸ ਕੋਸ਼ਿਸ਼ 'ਚ ਲੱਗੇ ਹਾਂ ਕਿ ਸ਼ਾਇਦ ਉਹ ਵੀ ਸੱਚ ਨੂੰ ਸਮਝਣ ਔਰ ਸਾਨੂੰ ਇੱਕ ਪ੍ਰੈਸ ਬਹੁਤ ਵਧੀਆ ਜ਼ਰੀਆ ਲੱਗਿਆ ਕਿ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕੀਏ। ਇਸ ਕਰਕੇ ਅੱਜ ਅਸੀਂ ਸਾਰੇ ਮੀਡੀਆ ਕਰਮੀਆਂ ਦੇ ਮੁਖਾਤਿਬ ਹੋਏ ਹਾਂ। ਇੱਕ ਚੀਜ਼ ਲਾਸਟ ਦੇ ਵਿੱਚ ਬੇਨਤੀ ਕਰਦਾ, ਕੌਮ ਜਿੱਥੇ ਕਹੇਗੀ ਭਗਤ ਸਿੰਘ ਦੁਆਬੀ ਦਾ ਸਿਰ ਹਾਜ਼ਰ ਆ, ਵੀਰ ਦਵਿੰਦਰ ਦਾ ਸਿਰ ਹਾਜ਼ਰ ਆ, ਜਿੱਥੇ ਕੌਮ ਕਹੇਗੀ। ਅੰਮ੍ਰਿਤਪਾਲ ਜੇ ਕੌਮ ਪੱਖੀ ਕੋਈ ਕੰਮ ਕਰਦਾ, ਸਾਡਾ ਉਹਦੇ ਨਾਲ ਕੋਈ ਵਿਰੋਧ ਨਹੀਂ ਆ, ਕੌਮ ਦਾ ਕੰਮ ਜੀ ਸਦਕੇ ਕਰੇ। ਪਰ ਸਾਡਾ ਭਰਾ ਗਿਆ ਆ, ਸਾਡੇ ਭਰਾ ਨੂੰ ਅਸੀਂ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਉਹਦੇ ਸਿਵੇ ਤੇ ਪਹਿਰਾ ਬਿਠਾਉਣਾ ਪਿਆ ਸੀ ਦੀਪ ਸਿੱਧੂ ਦੇ, ਕਿਉਂਕਿ ਲੋਕ ਉਹਦੀ ਸਵਾਹ ਲੈ ਗਏ ਸੀ ਆਪਣੇ ਘਰਾਂ ਨੂੰ। ਮੇਰੇ ਘਰ ਵੀ ਪਈ ਆ। ਸਾਡੇ ਭਰਾ ਨੂੰ ਅਸੀਂ ਪੁੜੀਆਂ ਦੇ ਵਿੱਚ, ਸ਼ੀਸ਼ਿਆਂ ਦੇ ਵਿੱਚ ਸਾਂਭ ਕੇ ਬੈਠੇ ਆ ਤੇ ਸਾਡਾ ਜਿਹੜਾ ਫਰਜ਼ ਆ ਉਹਦੇ ਕਤਲ ਦੇ ਬਾਰੇ ਸਵਾਲ ਪੁੱਛਣੇ, ਉਹਦੇ ਗੱਦਾਰਾਂ ਦੇ ਬਾਰੇ ਸਵਾਲ ਪੁੱਛਣੇ, ਅਸੀਂ ਉਹ ਪੁੱਛਾਂਗੇ, ਜੀ ਸਦਕੇ ਪੁੱਛਾਂਗੇ। ਸਾਡਾ ਕੌਮ ਦੇ ਨਾਲ ਕੋਈ ਵਿਰੋਧ ਨਹੀਂ ਆ, ਕੌਮ ਦੇ ਕੰਮ ਉਹ ਜੀ ਸਦਕੇ ਕਰੇ। ਪਰ ਜਿੱਥੇ ਸਵਾਲ ਸਾਡੇ ਦੀਪ ਸਿੱਧੂ ਭਰਾ ਦੇ ਕਤਲ ਨਾਲ ਜੁੜਦੇ ਨੇ, ਜਿੱਥੇ ਉਹਦੀ ਪਿੱਠ ਤੇ ਛੁਰੇ ਮਾਰਨ ਨਾਲ ਜੁੜਦੇ ਨੇ, ਉੱਥੇ ਅਸੀਂ ਜੀ ਸਦਕੇ ਸਵਾਲ ਪੁੱਛਾਂਗੇ। ਤੇ ਜਦੋਂ ਹੁਣ ਧਮਕੀਆਂ ਆਉਂਦੀਆਂ ਨੇ, ਅੱਜ ਕੱਲ੍ਹ ਧਮਕੀਆਂ ਕਿਹੜੇ ਤਰੀਕੇ ਨਾਲ ਆਉਂਦੀਆਂ ਨੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਪ੍ਰੈਸ ਵਾਲੇ ਨੇ। ਲੇਕਿਨ ਤੁਹਾਨੂੰ ਲੱਗਦਾ ਕਿ ਐਜੀਟੇਸ਼ਨ ਵੀ ਸ਼ੁਰੂ ਕੀਤਾ ਜਾਪਦਾ, ਕਿਉਂਕਿ ਜਸਟਿਸ ਤੇ ਮਿਲ ਨਹੀਂ ਪਾਇਆ, ਨਾ ਤਾਂ ਇਹ ਤੱਕ ਉਹ ਗੁੱਥੀ ਸਾਹਮਣੇ ਆ ਪਾ ਰਹੀ ਕਿ ਐਕਸੀਡੈਂਟ ਸੀਗਾ, ਕੁਝ ਲੋਕ ਕਹਿ ਰਹੇ ਸੀ ਕਿ ਮਰਡਰ ਹੈਗਾ ਆ। ਤੁਹਾਨੂੰ ਲੱਗਦਾ ਕਿ ਇਹਦੇ ਲਈ ਐਜੀਟੇਸ਼ਨ ਵੀ ਜ਼ਰੂਰੀ ਹੈ ਜਾਂ ਕੁਝ ਢੀਲਾ ਕੀਤਾ ਜਾ ਸਕਦਾ ਹੈ? ਐਜੀਟੇਸ਼ਨ ਬੜਾ ਕੁਝ ਖੜਾ ਹੋਣਾ। ਐਜੀਟੇਸ਼ਨ ਵੀ ਹੋਏਗਾ, ਪਰਿਵਾਰ ਇਨਵੈਸਟੀਗੇਸ਼ਨ ਵੀ ਕਰਵਾ ਰਿਹਾ। ਪਰਿਵਾਰ ਨੂੰ ਇਲਜ਼ਾਮ ਦਿੱਤਾ ਜਾਂਦਾ ਕਿ ਪਰਿਵਾਰ ਇਨਵੈਸਟੀਗੇਸ਼ਨ ਨਹੀਂ ਕਰਵਾ ਰਿਹਾ। ਤੁਹਾਨੂੰ ਪਤਾ ਵਾ ਵੀ ਕਿਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਹੈ, ਤੁਹਾਨੂੰ ਪਤਾ ਵਾ? ਮੈਂ ਇਹਦੇ ਉੱਤੇ ਇੱਕ ਛੋਟੀ ਜੀ ਫਿਲਮ ਬਣਾਈ ਆ, ਪੂਰਾ ਕ੍ਰਾਈਮ ਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਬਹੁਤ ਸਾਰੇ ਵੀਰਾਂ ਨੇ ਦੇਖਿਆ ਵੀ ਹੈਗਾ। ਮੈਂ ਛੋਟੀ ਜੀ ਗੱਲ ਕਰਦਾ, ਜ਼ਿਆਦਾ ਵੱਡੀ ਗੱਲ ਨਹੀਂ ਕਰਦਾ। ਰੀਨਾ ਰॉय ਤੁਸੀਂ ਸਾਰੇ ਮੀਡੀਆ ਕਰਮੀਆਂ ਨੇ ਦੇਖਿਆ, ਉਸ ਦਿਨ ਦੀਆਂ ਉਹਦੀਆਂ ਫੋਟੋਜ਼ ਦੇਖੀਆਂ ਨੇ ਤੁਸੀਂ। ਮੈਂ ਜਿਹੜੀ ਫਿਲਮ ਬਣਾਈ ਆ ਛੋਟੀ ਜੀ, ਉਹਦੇ ਵਿੱਚ ਮੈਂ ਜਿਹੜੇ ਸਕਾਰਪੀਓ ਦੇ ਕ੍ਰੈਸ਼ ਟੈਸਟ ਕਰਦੇ ਆ ਕੰਪਨੀ ਵਾਲੇ ਆਪ, ਉਹ ਮੈਂ ਵਿੱਚ ਦਿੱਤੇ ਨੇ। 80 ਕਿਲੋਮੀਟਰ ਦੀ ਸਪੀਡ ਤੇ ਜਦੋਂ ਕ੍ਰੈਸ਼ ਹੁੰਦਾ ਆ, ਉਸ ਕ੍ਰੈਸ਼ ਦੇ ਵਿੱਚ ਗੱਡੀ ਦਾ ਕੀ ਹਾਲ ਹੁੰਦਾ, ਪੈਸੇਂਜਰਾਂ ਦਾ ਕੀ ਹਾਲ ਹੁੰਦਾ, ਇਹ ਦਿਖਾਇਆ ਗਿਆ। ਦੀਪ ਸਿੱਧੂ ਦੀ ਗੱਡੀ 120 ਕਿਲੋਮੀਟਰ ਦੀ ਸਪੀਡ ਤੇ ਸੀ, ਜੋ ਰੀਨਾ ਰਾਏ ਦੇ ਬਿਆਨ ਨੇ। ਜਦੋਂ ਉਹ ਸਿਰ ਦਾ ਇੰਪੈਕਟ ਹੁੰਦਾ ਆ ਉੱਥੇ, ਉਹ ਜਦੋਂ ਪਟਾਕਾ ਪੈਂਦਾ, ਸਿਰ ਦਾ ਇੰਪੈਕਟ ਹੁੰਦਾ, ਉਹ ਖੂਨ ਦੇ ਜਿਹੜੇ ਛਿੱਟੇ ਨੇ ਉਹ ਕੰਡਕਟਰ ਸੀਟ ਤੇ ਵੀ ਹੈਗੇ ਨੇ, ਪਿਛਲੀ ਸੀਟ ਤੇ ਵੀ ਹੈਗੇ ਨੇ। ਔਰ ਰੀਨਾ ਰਾਏ ਇਹ ਦਾਅਵਾ ਕਰਦੀ ਹੈ ਕਿ ਉਹਦਾ ਦੀਪ ਸਿੱਧੂ ਉਹਦਾ ਫਰੈਂਡ ਸੀ। ਕੋਈ ਆਮ ਬੰਦਾ ਵੀ ਨਾਲ ਦੀ ਸੀਟ ਤੇ ਮਰਦਾ ਹੋਵੇ ਨਾ। ਹੁਣ ਮੇਰਾ ਭਰਾ ਵੀਰ ਦਵਿੰਦਰ ਬੈਠਿਆ, ਅਗਰ ਇਹਨੂੰ ਸੱਟ ਲੱਗ ਜਾਏਗੀ ਤੇ ਮੇਰਾ ਸਭ ਤੋਂ ਪਹਿਲਾ ਫਰਜ਼ ਹੋਏਗਾ ਇਹਦਾ ਸਿਰ ਫੜਨਾ, ਖੂਨ ਰੋਕਣਾ। ਇਹੀ ਫਰਜ਼ ਹੋਏਗਾ। ਜਦੋਂ ਮੈਂ ਇਹਦਾ ਖੂਨ ਰੋਕਾਂਗਾ ਮੇਰੇ ਭਰਾ ਦਾ, ਤੇ ਉਹ ਹੱਥ ਮੇਰੇ ਲਿਬੜਨਗੇ, ਮੇਰੀਆਂ ਕੂਣੀਆਂ ਲਿਬੜਨਗੀਆਂ, ਮੇਰੇ ਕੱਪੜੇ ਲਿਬੜਨਗੇ। ਇਹ ਤਾਂ ਬਾਅਦ ਦੀ ਗੱਲ ਆ। ਪਰ ਜਦੋਂ ਸਿਰ ਵੱਜਿਆ, ਉਹ ਖੂਨ ਦਾ ਛਿੱਟਾ ਵੱਜਿਆ, ਉਹਦੀ ਚਿੱਟੀ ਜੈਕਟ ਆ, ਕਿਸੇ ਨੂੰ ਇੱਕ ਖੂਨ ਦਾ ਛਿੱਟਾ ਦਿਖਿਆ ਉਹਦੀ ਜੈਕਟ ਤੇ? ਕਿਤੇ ਉਹਦੇ ਪਿੰਡੇ ਤੇ ਇੱਕ ਵੀ ਛਿੱਟਾ ਹੈਗਾ ਦੀਪ ਸਿੱਧੂ ਦੇ ਖੂਨ ਦਾ? ਨਹੀਂ। ਉਹ ਜਿਹੜੇ ਕ੍ਰੈਸ਼ ਟੈਸਟ ਦੇ ਵੀਡੀਓਜ਼ ਹੈਗੇ ਆ, ਤੁਸੀਂ ਸਕਾਰਪੀਓ ਵਾਲਿਆਂ ਦੇ YouTube ਚੈਨਲ ਤੋਂ ਹੀ ਚੱਕ ਲਿਓ। ਹਾਂਜੀ ਕਰ ਰਹੇ ਹਾਂ ਜੀ, ਬਚਾਉਣ ਕਿਉਂ ਦਿਆ ਵਾ? ਪੈਰਵਾਈ ਵੀ ਕਰ ਰਹੇ ਹਾਂ। ਪੈਰਵਾਈ ਮੈਂ ਪਹਿਲਾਂ ਗੱਲ ਪੂਰੀ ਸੀਰੀਅਸ ਐਲੀਗੇਸ਼ਨ ਲਗਾ ਰਹੇ ਸੀ। ਹਾਂਜੀ ਸੀਰੀਅਸ ਐਲੀਗੇਸ਼ਨ ਹੈਗੇ ਆ ਜੀ, ਸੀਰੀਅਸ ਐਲੀਗੇਸ਼ਨ ਆ, ਤਾਂ ਹੀ ਤਾਂ ਪ੍ਰੈਸ ਦੇ ਸਾਹਮਣੇ ਲਗਾ ਰਹੇ ਆ। ਔਰ ਕੱਲ ਨੂੰ ਇਹ ਸਾਡੇ ਤੇ ਮਾਨਹਾਨੀ ਦਾ ਦਾਵਾ ਕਰਨ ਨੂੰ ਖੁੱਲੇ ਆ ਨਾ। ਅਗਰ ਉਹਦੇ ਵਿੱਚ ਕੋਈ ਫੈਕਟ ਆ ਤਾਂ ਹੀ ਸੀਰੀਅਸ ਐਲੀਗੇਸ਼ਨ ਲਗਾ ਰਹੇ ਆ, ਔਰ ਇੱਥੇ ਬੈਠ ਕੇ ਲਗਾ ਰਹੇ ਆ। ਉਸ ਲੇਡੀ ਦਾ ਕੱਜਲ ਤੱਕ ਨਹੀਂ ਵਿਗੜਿਆ, ਜਦ ਕਿ 80 ਕਿਲੋਮੀਟਰ ਤੇ ਅਗਰ ਐਕਸੀਡੈਂਟ ਹੁੰਦਾ ਨਾ ਸਕਾਰਪੀਓ ਦਾ,
ਤੇ ਗਰਦਨ ਦੇ ਮਣਕੇ ਹਿਲ ਜਾਂਦੇ ਆ। ਉਹ ਦੂਜੇ ਦਿਨ ਕਲੀਨ ਚਿਟ ਲੈ ਕੇ ਫਲਾਈਟ ਕਰਕੇ ਫਲਾਈ ਹੋ ਕੇ ਚਲੀ ਜਾਂਦੀ ਆ। ਪੂਰੀ ਕੌਮ ਜਿਹੜੀ ਆ ਰੀਨਾ ਰॉय ਦੇ ਪਿੱਛੇ ਸੀ। ਰੀਨਾ ਰਾਏ ਨੂੰ ਉਸ ਟਾਈਮ ਕਸੂਰਵਾਰ ਮੰਨ ਰਹੀ ਸੀ। ਮੇਰੇ ਖਿਆਲ ਨਾਲ ਅਮਰੀਕਾ ਦੇ ਵਿੱਚ ਮੁੰਡਿਆਂ ਨੇ ਉਹਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਆ, ਪਰ ਜਿਹੜਾ ਅੰਮ੍ਰਿਤਪਾਲ ਦੀ ਧਿਰ ਹੈ, ਇਸ ਅੰਮ੍ਰਿਤਪਾਲ ਦੀ ਧਿਰ ਨੇ ਰੀਨਾ ਰਾਏ ਦਾ ਬਚਾਅ ਕੀਤਾ। ਇਹਨਾਂ ਨੇ ਪੋਸਟਾਂ ਪਾਈਆਂ, ਇਹਨਾਂ ਨੇ ਨੈਰੇਟਿਵ ਨੂੰ ਚੇਂਜ ਕੀਤਾ। ਜਿਹੜਾ ਜਨਤਾ ਦਾ, ਸੰਗਤ ਦਾ ਇੱਕ ਨੈਰੇਟਿਵ ਬਣਿਆ ਹੋਇਆ ਸੀ ਰੀਨਾ ਰਾਏ ਦੇ ਖਿਲਾਫ, ਜਿਹੜੀ ਮੈਂ ਇਨਵੈਸਟੀਗੇਸ਼ਨ ਕੀਤੀ ਸੀ, ਜਿਹੜਾ ਮੈਂ ਬਣਾਇਆ ਸੀ, ਇਹ ਸਾਰਾ ਚੇਂਜ ਕੀਤਾ ਗਿਆ। ਰੀਨਾ ਰਾਏ ਨੂੰ ਕਲੀਨ ਦਿੱਤਾ ਗਿਆ। ਮੇਰੀ ਜਿਹੜਾ ਰੀਨਾ ਰਾਏ ਦਾ ਇੱਕ 10 ਪੇਜ ਦਾ ਉਹਨੇ ਆਪਣੇ ਇੰਸਟਾਗ੍ਰਾਮ ਤੇ ਸਪਸ਼ਟੀਕਰਨ ਪਾਇਆ ਸੀ, ਉਹ ਵੀ ਜਿਹੜੀ ਮੇਰੀ ਵੀਡੀਓ ਹੈਗੀ ਆ, ਉਹ ਰਿਲੀਜ਼ ਹੋਣ ਤੋਂ ਤੀਜੇ ਜਾਂ ਚੌਥੇ ਦਿਨ ਪਾਇਆ ਸੀ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਦੋਨਾਂ ਦੀ ਆਪਸ ਵਿੱਚ ਮਿਲੀ ਕਿਤੇ ਨਾ ਕਿਤੇ ਹੈਗੀ ਆ, ਕਿਤੇ ਨਾ ਕਿਤੇ ਹੈ। ਇਹ ਇਨਵੈਸਟੀਗੇਸ਼ਨ ਦਾ ਵਿਸ਼ੇ ਆ। ਹੁਣ ਉਸ ਲੈਵਲ ਦੀ ਇਨਵੈਸਟੀਗੇਸ਼ਨ ਅਸੀਂ ਥਿਊਰੀਆਂ ਜੋੜ ਸਕਦੇ ਹਾਂ, ਘਟਨਾਕ੍ਰਮ ਕਿੱਦਾਂ ਹੋਏ। ਅਸੀਂ ਉੱਥੇ ਜਗ੍ਹਾ ਤੇ ਗਏ ਆ, ਅਸੀਂ ਸਾਰਾ ਕ੍ਰਾਈਮ ਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ 30 ਮੀਟਰ ਦੀ ਸਕਿੱਟ ਅੱਜ ਤੱਕ ਨਹੀਂ ਦੇਖਿਆ ਕਿ 30 ਮੀਟਰ ਦੀ ਸਕਿੱਟ। ਇਹ ਲੱਗਦਾ ਨਹੀਂ ਪ੍ਰੈਸ਼ਰ ਰੇਸ ਨਹੀਂ ਕਰ ਪਏ ਜੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹਨਾਂ ਪ੍ਰੈਸ਼ਰ ਅਸਲ 'ਚ ਇਹ ਹੋਇਆ, ਦੇਖੋ ਜਦੋਂ ਪਰਿਵਾਰ ਦੇ ਵਿੱਚੋਂ ਦੀ ਕੋਈ ਬੱਚਾ ਜਾਂਦਾ ਆ, ਅੱਜ ਮੈਂ ਆ, ਹੁਣ ਮੈਂ ਇੱਥੋਂ ਦੀ ਵਾਪਸ ਚੰਡੀਗੜ੍ਹ ਜਾਣਾ, ਜੋ ਮੈਂ ਜਿੱਥੇ ਮੈਂ ਪਹਾੜ ਦੇ ਨਾਲ ਮੱਥਾ ਮਾਰ ਰਿਹਾ, ਹੋ ਸਕਦਾ ਰਾਹ ਦੇ ਵਿੱਚ ਮੇਰੇ ਨਾਲ ਕੁਝ ਹੋ ਜਾਵੇ। ਜਦੋਂ ਇਹ ਸਭ ਕੁਝ ਹੋ ਜਾਏਗਾ, ਮੇਰੇ ਪਰਿਵਾਰ ਦਾ ਕੀ ਹਾਲ ਹੋਏਗਾ? ਮੇਰੇ ਪਰਿਵਾਰ ਨੂੰ 2-3 ਮਹੀਨੇ ਹੋਸ਼ ਨਹੀਂ ਆਣਾ, ਤੇ 2-3 ਮਹੀਨੇ ਜਦੋਂ ਮੇਰੇ ਪਰਿਵਾਰ ਨੂੰ ਹੋਸ਼ ਆਣਾ ਆ, ਜਦੋਂ ਸੋਚਣਗੇ ਉਸ ਪਾਸੇ ਨੂੰ ਕਿ ਕੁਝ ਕਰਨਾ ਆ, ਤਦ ਤੱਕ ਇੱਕ ਦੂਜੀ ਧਿਰ ਇੱਕ ਨੈਰੇਟਿਵ ਬਿਲਡ ਕਰ ਚੁੱਕੀ ਹੋਵੇ। ਅਸੀਂ ਪ੍ਰਧਾਨ ਲੱਗ ਗਏ ਆ, ਅਸੀਂ ਦੀਪ ਸਿੱਧੂ ਦੀ ਜਥੇਬੰਦੀ ਨੂੰ ਚਲਾ ਰਹੇ ਆ। ਉਹਨਾਂ ਨੇ ਤਾਂ ਗੇਮ ਹੀ ਚੇਂਜ ਕਰ ਦਿੱਤੀ। ਅੱਛਾ, ਜੇ ਉਹ ਦੀਪ ਸਿੱਧੂ ਦੇ ਵਾਰਸ ਨੇ ਤੇ ਉਹ ਪਰਿਵਾਰ ਤੇ ਇਲਜ਼ਾਮ ਲਗਾਉਂਦੇ, ਪਰਿਵਾਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਪਰਿਵਾਰ ਅੱਜ ਵੀ ਹਾਜ਼ਰੀਆਂ ਭਰ ਰਿਹਾ। ਇਹ ਜਿੰਨੀਆਂ ਅਸੀਂ ਫੈਕਟ ਦਿੱਤੇ ਆ ਨਾ, ਇਹ ਫੈਕਟ ਇਦਾਂ ਨਹੀਂ ਹੈਗੇ ਕਿ ਅਸੀਂ ਹਵਾ 'ਚੋਂ ਲੈ ਆਏ ਆ, ਇਹ ਕਿਤੇ ਨਾ ਕਿਤੋਂ ਇਨਵੈਸਟੀਗੇਸ਼ਨ ਜੁੜਦੀ ਪਈ ਆ। ਅੱਜ ਪਰਿਵਾਰ ਨੂੰ ਜਲੀਲ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਇਨਵੈਸਟੀਗੇਸ਼ਨ ਨਹੀਂ ਕਰਵਾ ਰਿਹਾ। ਪਰਿਵਾਰ ਹੁਣ ਢੋਲ ਵਜਾ ਕੇ ਥੋੜੀ ਨਾ ਦੱਸੇਗਾ, ਇਨਵੈਸਟੀਗੇਸ਼ਨ ਦਾ ਵਿਸ਼ਾ ਆ। ਇਹ ਜਿਹੜੇ ਵਾਰਸ ਹੋਣ ਦਾ ਦਾਅਵਾ ਭਰਦੇ ਨੇ, ਚਾਚੇ ਬਘੇਲ ਵਰਗੇ ਜਾਂ ਇਹ ਅੰਮ੍ਰਿਤਪਾਲ ਵਰਗੇ, ਇਹ ਕਿਉਂ ਨਹੀਂ ਸਿੱਟ ਪਾਉਂਦੇ? ਇਹ ਕਿਉਂ ਨਹੀਂ ਆਪ ਪ੍ਰੋਸੈਸਿੰਗ ਕਰਦੇ? ਦੀਪ ਸਿੱਧੂ ਦਾ ਵਾਰਸ ਹੋਵੇ, ਆਹ ਦੁਬਈ ਤੋਂ ਵਾਪਸ ਆਇਆ ਹੋਵੇ, ਹਾਂਜੀ, ਔਰ ਆ ਕੇ ਦਰਬਾਰ ਸਾਹਿਬ ਗਿਆ ਹੋਵੇ, ਦਰਬਾਰ ਸਾਹਿਬ ਤੋਂ ਬਾਅਦ ਰਾਜਨੀਤੀ ਕਰ ਰਿਹਾ, ਜਗ੍ਹਾ ਜਗ੍ਹਾ ਫੋਟੋਆਂ ਖਿਚਾ ਰਿਹਾ, ਕਦੀ ਕਿਸੇ ਜਥੇਬੰਦੀ, ਕਦੀ ਕਿਸੇ ਜਥੇਬੰਦੀ। ਦੀਪ ਸਿੱਧੂ ਦਾ ਵਾਰਸ ਹੈ ਨਾ ਉਹ, ਦੀਪ ਸਿੱਧੂ ਦੇ ਮਾਤਾ ਜੀ ਕੋਲ ਕਿਉਂ ਨਹੀਂ ਗਿਆ? ਕੀ ਡਰ ਸੀ ਉਹਨੂੰ? ਲੇਕਿਨ ਕਹਿੰਦੇ ਕਿ ਦੀਪ ਸਿੱਧੂ ਦੇ ਅਸੀਂ ਜੋ ਸੁਪਨਾ ਸੀਗਾ ਉਹਨੂੰ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੀਪ ਸਿੱਧੂ ਦਾ ਸੁਪਨਾ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਹੈ, ਪਰ ਦੀਪ ਸਿੱਧੂ ਦੇ ਸਿਵੇ ਦੇ ਉੱਤੋਂ ਦੀ ਟੱਪ ਕੇ ਉਹਦੀ ਜਥੇਬੰਦੀ ਤਾਂ ਇੱਥੇ ਆਈ ਹੈ ਨਾ। ਮੰਨ ਲਓ ਤੁਸੀਂ ਮੇਰੇ ਵੀਰ, ਤੁਹਾਡਾ ਨਾਮ ਨਹੀਂ ਮੈਂ ਪੁੱਛਦਾ, ਗੁਰਪ੍ਰੀਤ ਵੀਰ, ਮੰਨ ਲਓ ਕਿ ਤੁਹਾਡਾ ਐਕਸੀਡੈਂਟ ਹੋ ਜਾਂਦਾ ਕੁਝ, ਜਾਂ ਮੇਰੇ ਤੇ ਰੱਖੋ, ਮੇਰਾ ਐਕਸੀਡੈਂਟ ਹੋ ਜਾਂਦਾ ਆ, ਮੈਂ ਡੈਥ ਹੋ ਜਾਂਦਾ। ਮੇਰੇ ਡੈਥ ਹੋਣ ਤੋਂ ਬਾਅਦ ਤੁਸੀਂ ਮੇਰੇ ਪਰਿਵਾਰ ਨੂੰ ਜਾਣਦੇ ਹੋ, ਤੁਸੀਂ ਮੇਰੇ ਫਰੈਂਡ ਹੋ ਜਾਂ ਤੁਸੀਂ ਮੇਰੇ ਉੱਤਰਦਾਰ ਅਧਿਕਾਰੀ ਹੋ। ਕਿੰਨੇ ਦਿਨਾਂ ਬਾਅਦ ਤੁਸੀਂ ਮੇਰੇ ਪਰਿਵਾਰ ਦੇ ਨਾਲ ਮੇਰੀਆਂ ਪ੍ਰਾਪਰਟੀਆਂ ਡਿਸਕਸ ਕਰ ਸਕਦੇ ਹੋ? ਮੇਰੇ ਲੈਣੇ ਦੇਣੇ ਕਿੰਨੇ ਦਿਨਾਂ ਬਾਅਦ ਡਿਸਕਸ ਕਰੋਗੇ? ਜਿੱਦਣ ਮੇਰੇ ਘਰ 70 ਵਿਸ਼ੇ ਹੋਏ ਨੇ, 70 ਸਮਝਦੇ ਹੋ ਨਾ, ਜਿੱਦਣ ਮਕਾਨਾਂ ਆ ਰਹੀਆਂ ਨੇ, ਉਦੋਂ ਤਾਂ ਤੁਸੀਂ ਮੇਰੇ ਪਰਿਵਾਰ ਨੂੰ ਫੋਨ ਨਹੀਂ ਕਰੋਗੇ। ਇਸ ਦੀਆਂ ਰਿਕਾਰਡਿੰਗਸ ਨੇ, ਪਰਿਵਾਰ ਦੇ ਨਾਲ ਫੋਨ ਕਰਕੇ ਪ੍ਰਾਪਰਟੀਆਂ ਡਿਸਕਸ ਕਰ ਰਿਹਾ ਸੀ ਚੌਥੇ ਦਿਨ। ਅਸੀਂ ਇੱਥੇ ਬੈਠੇ ਐਵੇਂ ਤਾਂ ਨਹੀਂ ਬੈਠੇ, ਰਿਕਾਰਡਿੰਗਸ ਵੀ ਹਾਜ਼ਰ ਹੋ ਜਾਣਗੀਆਂ। ਇੱਕ ਬੈਠੇ ਤਾਂ ਸਹੀ ਪ੍ਰੈਸ ਦੇ ਵਿੱਚ। ਇੱਕ ਕਮੀਨਗੀ ਦੀ ਹੱਦ ਹੈ ਕਿ ਇੱਕ ਪਾਸੇ ਤਾਂ ਸਿਵਾ ਠੰਡਾ ਨਹੀਂ ਹੋ ਰਿਹਾ, ਇੱਕ ਪਾਸੇ ਹਲੇ ਫੁੱਲ ਚੁਗਣੇ ਆ, ਇੱਕ ਪਾਸੇ ਪਰਿਵਾਰ ਨੂੰ ਮੈਨੂਪੂਲੇਟ ਕੀਤਾ ਜਾਂਦਾ। ਹੁਣ ਮੈਂ ਫਿਰ ਆਪਣੇ ਤੇ ਹੀ ਰੱਖਦਾ ਆ, ਮੰਨ ਲਓ ਕੱਲ ਨੂੰ ਮੇਰਾ ਕੋਈ ਇਦਾਂ ਦਾ ਐਕਸੀਡੈਂਟ ਹੋ ਜਾਂਦਾ, ਠੀਕ ਆ, ਮੇਰਾ ਪਰਿਵਾਰ ਉਧਰ ਉਲਝਿਆ ਹੋਇਆ, ਮੇਰੇ ਪਰਿਵਾਰ ਨੂੰ ਨਹੀਂ ਪਤਾ ਮੇਰਾ ਕਿਹਦੇ ਨਾਲ ਲੈਣਾ ਦੇਣਾ ਆ, ਕਿਹੜਾ ਮੇਰਾ ਦੋਸਤ ਆ, ਕਿਹੜਾ ਮੇਰਾ ਦੁਸ਼ਮਣ ਆ। ਤੁਸੀਂ ਮੇਰੇ ਪਰਿਵਾਰ ਨੂੰ ਫੋਨ ਕਰਕੇ ਮੈਨੂਪੂਲੇਟ ਕਰ ਲਓ, ਤੇ ਮੇਰੇ ਪਰਿਵਾਰ ਨੇ ਤਾਂ ਇਹੀ ਸਮਝਣਾ ਨਾ ਕਿ ਤੁਸੀਂ ਮੇਰੇ ਦੋਸਤ ਹੋ। ਉਹ ਤਾਂ 2 ਮਹੀਨੇ 3 ਮਹੀਨੇ ਬਾਅਦ ਜਾ ਕੇ ਕਿਤੇ ਉਹਨਾਂ ਨੂੰ ਸਮਝ ਆਉਣਾ ਸ਼ੁਰੂ ਹੋਣਾ ਕਿ ਇਹ ਬੰਦਾ ਕਰ ਕੀ ਰਿਹਾ। ਉਹੀ ਹੋਇਆ ਪਰਿਵਾਰ ਦੇ ਨਾਲ, ਉਹਨਾਂ ਨੂੰ ਮੈਨੂਪੂਲੇਟ ਕੀਤਾ ਗਿਆ। ਇੱਕ ਪਾਸੇ ਤਾਂ ਉਹ ਸਦਮੇ 'ਚ ਸੀਗੇ, ਦੂਜੇ ਪਾਸੇ ਉਹਨਾਂ ਦੇ ਬੱਚੇ ਦੀ ਬਣਾਈ ਹੋਈ ਜਿਹੜੀ ਜਿੰਨੀ ਉਹਨੇ ਆਪਣੀ ਮਿਹਨਤ ਕੀਤੀ ਸੀ, ਉਹ ਸਾਰੀ ਕੋਈ ਹੋਰ ਹੜਪ ਗਿਆ। ਪਰਿਵਾਰ ਇਹ ਨਹੀਂ ਹੈਗਾ, ਇਹ ਕਹਿੰਦੇ ਨੇ ਕਿ ਪਰਿਵਾਰਾਂ ਦਾ ਜਥੇਬੰਦੀਆਂ ਤੇ ਕੋਈ ਅਧਿਕਾਰ ਨਹੀਂ ਹੁੰਦਾ। ਉਹਨਾਂ ਪਰਿਵਾਰਾਂ ਦਾ ਅਧਿਕਾਰ ਨਹੀਂ ਹੁੰਦਾ ਜਿਹੜੇ ਆਪਣੇ ਬੱਚੇ ਦੀ ਲੈਗੇਸੀ ਨੂੰ ਫੋਲੋ ਨਹੀਂ ਕਰਦੇ। ਦੀਪ ਸਿੱਧੂ ਦਾ ਪਰਿਵਾਰ ਅੱਜ ਉਹਦੀ ਲੈਗੇਸੀ ਤੇ ਖੜਿਆ ਆ, IPS ਟ੍ਰੇਨਿੰਗ ਦੇ ਸੈਂਟਰ ਬਣਾ ਰਿਹਾ ਹੈਗਾ, ਗੁਰਮਤ ਦੇ ਲਈ ਜਿਹੜਾ ਪ੍ਰਚਾਰ ਹੈਗਾ, ਨਿਹੰਗ ਸਿੰਘ ਫੌਜਾਂ ਤਿਆਰ ਕਰਨ ਵਾਸਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਲੈ ਚੁੱਕਿਆ ਹੈਗਾ ਆ। ਜਿਹੜਾ ਹਸਪੀਟਲ ਦਾ ਉਹਦਾ ਸੁਪਨਾ ਸੀਗਾ, ਬਲੱਡ ਡੋਨੇਸ਼ਨ ਅਸੀਂ ਕਰ ਰਹੇ ਹਾਂ। ਬਲੱਡ ਡੋਨੇਸ਼ਨ ਤੋਂ ਬਾਅਦ ਹੁਣ ਟੈਸਟਿੰਗ ਦੇ ਜਿਹੜੇ ਸੈਂਟਰ ਹੈਗੇ ਆ, ਉਹ ਵੀ ਨੇ, ਹੌਲੀ ਹੌਲੀ ਕਰਕੇ ਅਸੀਂ ਹਸਪੀਟਲ ਵਾਲੇ ਪਾਸੇ ਨੂੰ ਵੀ ਜਾਣਾ ਚਾਹ ਰਹੇ ਹਾਂ। ਪਰਿਵਾਰ ਲੱਗਿਆ ਹੋਇਆ ਉਸ ਪਾਸੇ,
ਹੁਣ ਪਰਿਵਾਰ ਇੱਕ ਢੋਲ ਵਜਾ ਕੇ ਥੋੜੀ ਨਾ ਦੱਸੇਗਾ। ਤੇ ਪਰਿਵਾਰ ਨੇ ਜਦੋਂ ਇੰਗਲੈਂਡ ਦੇ ਵਿੱਚ ਇਸ ਚੀਜ਼ ਦੇ ਪਰਿਵਾਰ ਨੇ 15-20 ਕਿੱਲੇ ਜ਼ਮੀਨ ਲੈ ਲਈ ਆ, ਜਿਹੜੀ ਉਹ ਫੰਡ ਰੇਜ਼ਿੰਗ ਹੋ ਰਹੀ ਹੈ, ਤੁਸੀਂ ਦੀਪ ਸਿੱਧੂ ਮੈਮੋਰੀਅਲ ਟਰਸਟ ਤੇ ਜਾ ਕੇ ਦੇਖੋ, ਉੱਥੇ ਐਡਰੈਸ ਹੈਗਾ ਆ। ਤੇ ਮਨਦੀਪ ਵੀਰ ਆ ਰਹੇ ਨੇ, 2-4 ਦਿਨ 'ਚ ਆ ਜਾਣਾ ਉਹਨਾਂ ਨੇ, ਉਹਨਾਂ ਦੀ ਵੀ ਪ੍ਰੈਸ ਕਾਨਫਰੰਸ ਹੋ ਜਾਏਗੀ, ਉਹ ਵੀ ਸਾਰਾ ਕਲੀਅਰ ਕਰ ਦੇਣਗੇ। ਪਰਿਵਾਰ ਦੀਪ ਸਿੱਧੂ ਦੇ ਸੁਪਨੇ ਨੂੰ ਫੋਲੋ ਕਰ ਰਿਹਾ, ਪਰਿਵਾਰ ਫੋਟੋਆਂ ਨਹੀਂ ਖਿਚਾ ਰਿਹਾ, ਪਰਿਵਾਰ ਇੱਧਰ ਉੱਧਰ ਜਾ ਕੇ ਫਾਲਤੂ ਦੀਆਂ ਅਨਾਉਂਸਮੈਂਟ ਨਹੀਂ ਕਰ ਰਿਹਾ, ਪਰਿਵਾਰ ਮੁੰਡਿਆਂ ਨੂੰ ਉਕਸਾ ਨਹੀਂ ਰਿਹਾ ਕਿ ਆਓ ਚੱਲੀਏ ਦਿੱਲੀ ਦੇ ਨਾਲ ਮੱਥਾ ਮਾਰ ਲਈਏ। ਪਰਿਵਾਰ ਇਹ ਨਹੀਂ ਕਹਿ ਰਿਹਾ ਕਿ ਹਿੰਦੁਸਤਾਨ ਦੀ ਫੌਜ ਨੂੰ ਪਰਲੇ ਪਾਸੇ ਧੱਕ ਦਾਂਗੇ। ਆਪਾਂ ਇੰਨੇ ਸਾਊਂਡ ਹੈਗੇ ਆ? ਆਪਾਂ ਉਹਨਾਂ ਦੀ ਫੌਜ ਨੂੰ ਪਰਲੇ ਪਾਸੇ ਧੱਕ ਸਕਦੇ ਆ? ਧੱਕਿਆ ਜਾ ਸਕਦਾ? ਇਹ ਸਾਡੇ ਭਰਾਵਾਂ ਨੂੰ, ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਇੱਦਾਂ ਨੇ ਜਿੱਥੇ 92 ਤੱਕ ਜੰਜਾਂ ਨਹੀਂ ਚੜੀਆਂ, ਪਿੰਡ ਸੁੰਨੇ ਰਹੇ ਆ, ਘੋੜੀਆਂ ਨਹੀਂ ਚੜੀਆਂ। ਅੱਜ ਮੁੰਡੇ ਜਿਹੜੇ ਹੈਗੇ ਆ, ਸਾਡੇ ਮੁੰਡੇ ਜਵਾਨ ਹੋਏ ਨੇ ਮੇਰੇ ਵਰਗੇ, ਜਿਹੜੇ ਕੌਮ ਦੇ ਲਈ ਦਿੱਲੀ ਤੇ ਜਾ ਕੇ ਚੜ੍ਹੇ ਨੇ। ਅੱਜ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਉਣ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਉਹਨਾਂ ਨੂੰ ਉਕਸਾ ਰਹੇ ਹਾਂ ਕਿ ਆਓ ਹਿੰਦੁਸਤਾਨ ਦੀ ਫੌਜ ਨੂੰ ਪਰਲੇ ਪਾਸੇ ਧੱਕ ਦਾਂਗੇ। ਇਹ ਪ੍ਰੈਕਟੀਕਲੀ ਪੋਸੀਬਲ ਹੈਗਾ? ਨਹੀਂ ਹੈ ਨਾ। ਤੇ ਮੁੰਡਿਆਂ ਨੂੰ ਉਕਸਾਇਆ ਕਿਉਂ ਜਾ ਰਿਹਾ? ਕਿਹੜਾ ਸ਼ਿਕਾਰ ਖਿਡਵਾਉਣਾ ਮੁੰਡਿਆਂ ਦਾ? ਮਨਸ਼ਾ ਇਹੀ ਆ ਕਿ ਜੋ ਕਿਸਾਨ ਅੰਦੋਲਨ ਦੇ ਵਿੱਚ ਹੋਇਆ, ਸਰਕਾਰ ਦੀ ਉਹ ਸੋਚ ਤੋਂ ਪਰੇ ਸੀ। ਪਹਿਲਾਂ ਲੀਡਰ ਸੀ ਦੀਪ ਸਿੱਧੂ, ਮੰਨੋ ਜਾਂ ਨਾ ਮੰਨੋ। ਜਦੋਂ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਜਿਹੜੇ ਕਿਸਾਨ ਆਗੂ ਨੇ, ਜਿਹੜੇ ਬਜ਼ੁਰਗ ਨੇ, ਉਹ ਰੇਲਾਂ ਤੇ ਬੈਠੇ ਸੀ। ਇਹਨਾਂ ਨੇ ਇੰਟਰਵਿਊਜ਼ ਦੇ ਵਿੱਚ ਕਿਹਾ ਵੀ ਯੂਥ ਸਾਡੇ ਨਾਲ ਨਹੀਂ ਆਉਂਦਾ। ਇਹਨਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ 'ਚ ਕਿਹਾ ਯੂਥ ਆਇਆ, ਨਾਲ ਖੜਿਆ। ਉਹਨੂੰ ਲੈ ਕੇ ਕੌਣ ਆਇਆ? ਆਹੀ ਨੌਜਵਾਨ ਲੈ ਕੇ ਆਏ ਨਾ, ਇਹੀ ਲੀਡਰ ਹੋਏ। ਬਾਅਦ 'ਚ ਇਹਨਾਂ ਨੂੰ ਪਿੱਛੇ ਤੱਕ ਦਿੱਤਾ ਗਿਆ। ਪਰ ਗਵਰਨਮੈਂਟ ਤਾਂ ਦੇਖਦੀ ਆ ਨਾ, ਗਵਰਨਮੈਂਟ ਦੇ ਕੋਲ ਤਾਂ CID ਰਿਪੋਰਟਸ ਆਉਂਦੀਆਂ, ਗਵਰਨਮੈਂਟ ਐਨਾਲਾਈਜ਼ ਕਰਦੀ ਆ ਵੀ ਅਸਲ 'ਚ ਹੀਰੋ ਕੌਣ ਆ। ਪਹਿਲਾਂ ਦੀਪ ਸਿੱਧੂ ਨੂੰ ਐਲੀਮੀਨੇਟ ਕੀਤਾ ਗਿਆ, ਹੁਣ ਮੁੰਡਿਆਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ। ਗੱਲ ਇੱਥੇ ਖੜਦੀ ਆ। ਸਾਨੂੰ ਤਾਂ ਇਹ ਲੱਗਦਾ ਦੀਪ ਸਿੱਧੂ ਨੂੰ ਐਲੀਮੀਨੇਟ ਕਰ ਲਿਆ। ਹੁਣ ਜਿਹੜੇ ਉਹ ਮੁੰਡੇ ਨੇ, ਚਾਹੇ ਉਹ ਜਗਮੀਤ ਆ ਜਿਹੜਾ ਵਾਟਰ ਕੈਨਨ ਦੇ ਅੱਗੇ ਖੜ ਗਿਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਉਸ ਵਾਟਰ ਕੈਨਨ ਦੇ ਅੱਗੇ ਖੜਨਾ, ਤੇ ਵਾਟਰ ਕੈਨਨ ਉਹਦਾ ਪੈਰ ਵੀ ਨਹੀਂ ਹਿਲਾ ਸਕੀ। ਉਸ ਨੂੰ 8 ਮਹੀਨੇ ਅੰਦਰ ਰੱਖਿਆ ਗਿਆ। ਪਰ ਉਹਨੂੰ 8 ਮਹੀਨੇ ਅੰਦਰ ਰੱਖਣ ਤੋਂ ਬਾਅਦ ਕੱਲ ਉਹਦੀ ਜ਼ਮਾਨਤ ਹੋਈ ਆ। ਇੱਕ ਪਾਸੇ ਉਹ ਦੀਪ ਸਿੱਧੂ ਦਾ ਮਿੱਤਰ ਆ ਜਿਹਦੀ ਕੱਲ ਜ਼ਮਾਨਤ ਹੋਈ ਆ, ਉਹ ਆਪਣੇ ਘਰ ਨਹੀਂ ਗਿਆ, ਆਪਣੀ ਮਾਤਾ ਕੋਲ ਨਹੀਂ ਗਿਆ। ਉਹ ਕੱਲ ਗਿਆ ਮਾਤਾ ਜੀ ਦੇ ਕੋਲ, ਰਾਤੀ 10 ਵਜੇ ਉਹ ਮਾਤਾ ਜੀ ਦੇ ਕੋਲ ਪਹੁੰਚਿਆ। ਉੱਥੇ ਉਹ ਜੋ ਵੀ ਉਹਨਾਂ ਦਾ ਰਿਹਾ ਹੈਗਾ ਹੈ ਨਾ, ਮਾਤਾ ਜੀ ਦੇ ਨਾਲ ਮਿਲਣੀ। ਔਰ ਇੱਕ ਇਹ ਆਪਣੇ ਆਪ ਨੂੰ ਦੀਪ ਸਿੱਧੂ ਦਾ ਪ੍ਰਧਾਨ ਦੱਸਦਾ ਆ, ਦੀਪ ਸਿੱਧੂ ਦਾ ਵਾਰਸ ਦੱਸਦਾ ਹੈ, ਦੀਪ ਸਿੱਧੂ ਦੀ ਲੈਗੇਸੀ ਨੂੰ ਅੱਗੇ ਕੈਰੀ ਫਾਰਵਰਡ ਕਰਨ ਦੀਆਂ ਗੱਲਾਂ ਕਰਦਾ ਆ, ਸਰਕਾਰ ਨਾਲ ਟੱਕਰਨ ਦੀਆਂ ਗੱਲਾਂ ਕਰਦਾ। ਇਹ ਅੱਜ ਤੱਕ ਪਰਿਵਾਰ ਦੇ ਕੋਲ ਨਹੀਂ ਗਿਆ। ਹੁਣ ਇੱਥੇ ਦੋ ਚੀਜ਼ਾਂ ਹੋਣੀਆਂ। ਜਿੱਦਾਂ ਤਲਵਾੜਾ ਬਾਬਾ ਜੀ ਨੂੰ ਫਰੇਮ ਕੀਤਾ ਗਿਆ, ਪਹਿਲਾਂ ਤਲਵਾੜਾ ਬਾਬਾ ਜੀ ਨੂੰ ਭੰਡਿਆ ਗਿਆ, ਉਹਨਾਂ ਨੂੰ ਬਦਨਾਮ ਕੀਤਾ ਗਿਆ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ। ਆਪਾਂ ਸਾਰੇ ਜਾਣਦੇ ਹਾਂ, ਸੋਸ਼ਲ ਮੀਡੀਆ ਸਾਰੇ ਦੇਖਦੇ ਹਾਂ, ਕਿਸੇ ਗੰਦੇ ਲੈਵਲ ਤੇ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ। ਉਸ ਤੋਂ ਬਾਅਦ ਆਪਣੀ ਪ੍ਰਧਾਨਗੀ ਨੂੰ ਸਥਾਪਿਤ ਕਰਨ ਵਾਸਤੇ ਤਲਵਾੜਾ ਬਾਬਾ ਜੀ ਨੂੰ ਫਰੇਮ ਕਰਕੇ ਉਹਨਾਂ ਦੇ ਨਾਲ ਫੋਟੋ ਲੈ ਕੇ ਪਾ ਦਿੱਤੀ ਗਈ ਕਿ ਏਕਤਾ ਹੋ ਗਈ ਹੈ। ਏਕਤਾ ਇੱਦਾਂ ਹੁੰਦੀਆਂ ਨੇ। ਇੱਥੇ ਬੈਠੋ, ਆਓ ਡਿਸਕਸ ਕਰੋ। ਜਦੋਂ ਅਸੀਂ ਐਗਰੀ ਹੋਵਾਂਗੇ, ਅਸੀਂ ਤੁਹਾਨੂੰ ਸਰੋਪਾ ਦਿੰਨੇ ਆ, ਤੁਸੀਂ ਸਾਨੂੰ ਸਰੋਪਾ ਦਿੰਨੇ ਹੋ। ਅਸੀਂ ਇੱਕ ਉੱਤੇ ਮੈਮੋਰੈਂਡਮ ਤੇ ਆਉਂਦੇ ਆ। ਏਕਤਾ ਤਦ ਹੁੰਦੀਆਂ ਨਾ, ਫੋਟੋਆਂ ਖਿਚਾ ਕੇ ਏਕਤਾ ਨਹੀਂ ਹੁੰਦੀਆਂ। ਗੱਲ ਤਾਂ ਮੁੱਕਦੀ ਗੱਲ ਆ ਵਾ ਕਿ ਜਦੋਂ ਕੋਈ ਮਿਲ ਕੇ 4 ਬੰਦੇ ਬੈਠਣਗੇ, ਹੋ ਸਕਦਾ ਸਾਡੇ ਸ਼ੰਕੇ ਉਹਨਾਂ ਦੀਆਂ ਗੱਲਾਂ ਨਾਲ ਦੂਰ ਹੋ ਜਾਣ, ਉਹਨਾਂ ਦੇ ਸ਼ੰਕੇ ਸਾਡੀਆਂ ਗੱਲਾਂ ਨਾਲ ਦੂਰ ਹੋ ਜਾਣ, ਪਰ ਆਪਸੀ ਗੱਲਬਾਤ ਵੀ ਕੋਈ ਨਹੀਂ। ਇਸ ਕਰਕੇ ਬੜਾ ਜ਼ਰੂਰੀ ਆ, ਜਿੱਥੇ ਕਹਿੰਦੇ ਆ ਕਿ ਸੈਂਟਰ ਨਾਲ ਮੱਥਾ ਲਾਉਣਾ, ਸੈਂਟਰ ਨਾਲ ਮੱਥਾ ਲਾਉਣਾ, ਇਹ ਤਾਂ ਇੱਕ ਤੁਸੀਂ ਕਹਿ ਲਓ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਚਮਕਦੇ ਅੱਖਰਾਂ ਦੇ ਨਾਲ ਲਿਖਿਆ ਗਿਆ ਵਾ ਕਿ ਜੇ ਸੈਂਟਰ ਨਾਲ ਮੱਥਾ ਲਾ ਸਕਦੇ ਆ ਤਾਂ ਪੰਜਾਬੀ ਲਾ ਸਕਦੇ ਆ। ਪੰਜਾਬੀਆਂ ਨੇ ਮੱਥਾ ਲਾਇਆ, ਅੰਦੋਲਨ ਜਿੱਤਿਆ ਤੇ ਘਰ ਨੂੰ ਆਇਆ। ਉਹਦੇ 'ਚ ਹਰਿਆਣੇ ਨੇ ਸਾਥ ਦਿੱਤਾ, ਯੂਪੀ ਨੇ ਸਾਥ ਦਿੱਤਾ। ਜਦੋਂ ਕਿਤੇ ਸੈਂਟਰ ਸਾਡੇ ਨਾਲ ਧੱਕਾ ਕਰੇਗਾ, ਪੰਜਾਬੀ ਫੇਰ ਖੜੇ ਹੋ ਜਾਣਗੇ ਮੱਥਾ ਲਾਉਣ ਲਈ। ਪੰਜਾਬੀ ਇਸ ਗੱਲ ਤੋਂ ਪਿੱਛੇ ਨਹੀਂ ਹਟਦੇ। ਪਰ ਅੱਜ ਆਪਾਂ ਜਿਹੜੀ ਗੱਲ ਨੂੰ ਕਰਦੇ ਪਏ ਆ, ਮੂਲ ਰੂਪ ਨੂੰ ਉਸ ਗੱਲ ਦੇ ਵਿੱਚ ਅੱਗੇ ਲੈ ਕੇ ਚੱਲੀਏ। ਇੱਕ ਜਿਹੜਾ ਪੇਜ ਆ ਰੀਨਾ ਰਾਏ ਚਲਾ ਰਹੀ, ਉਹ ਵੀ ਨਹੀਂ ਦੱਸ ਰਹੀ ਕਿ ਪੋਸਟ ਕਿਹਨੇ ਪਾਈ। ਜੇ ਪੇਜ ਉਹਦੇ ਕੋਲ ਚੱਲਦਾ ਤੇ ਉਹ ਦੱਸ ਸਕਦੀ ਆ ਕਿ ਬਾਈ ਜੀ ਦੇ ਮੋਬਾਈਲ ਤੋਂ ਪਈ ਆ ਪੋਸਟ ਜਾਂ ਉਹਨੇ ਆਪ ਪਾਈ ਆ। ਸਾਡੀ ਕਿਸੇ ਗੱਲ ਨੂੰ ਕਿਸੇ ਨੇ ਕਲੀਅਰ ਨਹੀਂ ਕੀਤਾ। ਦੈਟਸ ਆਲ। ਧੰਨਵਾਦ। ਕਦੋਂ ਦਾ ਤੁਸੀਂ ਹੁਣ ਅੰਮ੍ਰਿਤਪਾਲ ਦਾ ਨਾਮ ਵੀ ਨਾਲ ਜੋੜਦੇ ਪਏ ਜੇ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ ਨਕਲੀ ਕੇਸ ਪਹਿਲਾਂ ਬਣਿਆ, ਫਿਰ ਮੋਬਾਈਲ ਤੋਂ ਵੱਜਦਾ, ਰੀਨਾ ਰਾਏ ਕੋਲ ਅਸੈਸ ਹੋਣ ਦੇ ਬਾਵਜੂਦ ਪੋਸਟ ਪੈਂਦੀ ਆ ਪ੍ਰਧਾਨ ਦੀ ਸਿੱਧੇ ਸਬਜੈਕਟ 'ਚ ਅੰਮ੍ਰਿਤਪਾਲ ਦਾ ਨਾਮ ਨਾਲ ਜੋੜਦੇ ਪਏ ਜੇ ਕਦੋਂ? ਮੈਂ ਕਿਸੇ ਦਾ ਨਾਂ ਕਿਸੇ ਦੇ ਨਾਲ ਨਹੀਂ ਜੋੜਦਾ, ਨਾ ਮੈਂ ਕੋਈ ਇਨਵੈਸਟੀਗੇਟਰ ਹਾਂ। ਜਿਹੜੇ ਸੰਗਤ ਦੇ ਅੱਗੇ ਸਵਾਲ ਰੱਖਣੇ ਸੀ, ਉਹ ਅਸੀਂ ਸਵਾਲ ਆਪਣੇ ਖੁੱਲੇ ਦਿਲ ਨਾਲ ਰੱਖੇ। ਜਿਹੜੀਆਂ ਸਾਡੇ ਮਨ ਦੇ ਵਿੱਚ ਸ਼ੰਕਾਵਾਂ, ਸਵਾਲ ਹੀ ਹੈ, ਸਵਾਲ ਤੇ ਇਹੀ ਆਉਂਦੇ ਆ ਨਾ। ਸਵਾਲ ਸਾਨੂੰ ਕਾਤਲ ਆ ਦੀਪ ਸਿੱਧੂ ਦਾ ਮੰਨਿਆ ਜਾ ਸਕਦਾ। ਅੰਮ੍ਰਿਤਪਾਲ ਨੂੰ ਅਸੀਂ ਕਾਤਲ ਨਹੀਂ ਕਹਿੰਦੇ, ਅਸੀਂ ਕਾਤਲ ਪਰ ਨਹੀਂ ਇਹ ਜਿਹੜੀਆਂ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਕਿ ਰੀਨਾ ਰਾਏ ਨੇ ਸਾਨੂੰ ਜਵਾਬ ਨਹੀਂ ਦਿੱਤਾ।
ਦੋ ਜਣੇ ਪੋਸਟ ਪਾ ਤੁਹਾਡੀ ਸਕਦੇ ਇਹੀ ਗੱਲ ਹੈ ਤੁਹਾਡੀ ਇਹੀ ਗੱਲ ਹੈ ਕਿ 2 ਜਣਿਆਂ ਕੋਲ ਅਸੈਸ ਸੀ ਅੰਮ੍ਰਿਤਪਾਲ ਨੇ ਪੋਸਟ ਕੀਤੀ ਅਮਰਤਪਾਲ ਕੋ ਐਕਸੈਸ ਨਹੀਂ ਹੈਗੀ, ਦੀਪ ਭਾਜੀ ਕੋ ਐਕਸੈਸ ਸੀਗਾ, ਰੀਨਾ ਰਾਏ ਕੋ। ਹਾਂ ਫਿਰ ਅੰਮ੍ਰਿਤਪਾਲ ਨੇ ਪੋਸਟ ਕਿਸ ਤਰ੍ਹਾਂ ਪਾਈ ਇਹੋ ਤਾਂ ਅਸੀਂ ਪੁੱਛਦੇ ਪਏ ਹਾਂ। ਤੁਹਾਡੇ ਸਵਾਲਾਂ 'ਚ ਜਵਾਬ ਹੈ ਨਾ ਕਿ ਅੰਮ੍ਰਿਤਪਾਲ ਦਾ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਅਸੀਂ ਤਾਂ ਸਵਾਲ ਪੁੱਛਦੇ ਪਏ ਹੁਣ। ਸਵਾਲ ਦਾ ਤੇ ਦੂਜਾ ਦੱਸਣਾ ਵੀ ਮਤਲਬ ਵੀ ਡਾਇਰੈਕਟ ਜਿਹੜਾ ਸਵਾਲ ਤੁਸੀਂ ਇਹ ਕਰਨਾ ਚਾਹੁੰਦੇ ਹੋ ਵੀ ਇਹ ਅਸੀਂ- ਕਹਿਣਾ ਚਾਹੁੰਦੇ ਹੋ ਵੀ ਮਤਲਬ ਅੰਮ੍ਰਿਤਪਾਲ ਕਾਤਲ ਆ। ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਅੰਮ੍ਰਿਤਪਾਲ ਕਾਤਲ ਹੈ, ਸਿੱਧਾ ਨਹੀਂ ਕਹਿ ਪਰ ਸਕਦੇ। ਇਹ ਜਿਹੜੇ ਸਾਡੇ ਇਨਵੈਸਟੀਗੇਸ਼ਨ ਦਾ ਮਨ 'ਚ ਵਿਸ਼ਾ ਸ਼ੰਕੇ ਆ। ਨੇ, ਅਸੀਂ ਸਵਾਲ ਤੁਹਾਡੇ ਅੱਗੇ ਜਿਹੜੀਆਂ ਰੱਖਦੇ ਚੀਜ਼ਾਂ ਨੇ ਸੰਖਿਆ ਦੀ ਜ਼ਾਹਿਰ ਹੋ ਰਿਹਾ ਕਿ ਤੁਸੀਂ ਅੰਮ੍ਰਿਤਪਾਲ ਨੂੰ ਵੀ ਨਾਲ ਜਾਂ ਉਹਦੇ ਸਿੱਧਾ ਕਹਿ ਲਓ ਵੀ ਅੱਛਾ ਇੱਕ ਮਿੰਟ ਤੁਸੀਂ ਦੱਸੋ ਤੁਹਾਨੂੰ ਦੀਪ ਸਿੱਧੂ ਦੇ ਕਤਲ ਜਿੱਦਣ ਹੋਇਆ 15 ਤਰੀਕ ਨੂੰ ਉਸ ਦਿਨ ਸਵੇਰੇ ਤੁਹਾਨੂੰ ਪਤਾ ਸੀ ਸ਼ਾਮ ਨੂੰ ਦੀਪ ਸਿੱਧੂ ਦਾ ਕਤਲ ਹੋ ਜਾਏਗਾ? ਨਹੀਂ ਪਤਾ ਸੀ ਨਾ। ਸਾਨੂੰ ਵੀ ਨਹੀਂ ਪਤਾ, ਅਸੀਂ ਵੀ ਉਹਨਾਂ ਗੱਲਾਂ ਨਹੀਂ ਦੇ ਪਤਾ ਜਵਾਬ ਸੀ। ਚਾਹੁੰਦੇ ਆ। ਦੀਪ ਸਿੱਧੂ ਦਾ ਉਹ ਪੇਜ ਜਿੱਥੋਂ ਦੀਪ ਸਿੱਧੂ ਵਾਰਸ ਪੰਜਾਬ ਦੇ ਲਾਈਵ ਹੁੰਦਾ ਰਿਹਾ ਆਪ 20 ਨਵੰਬਰ 2020 ਨੂੰ ਲਾਈਵ ਹੋਇਆ। ਸਰਕਾਰ ਤੋਂ ਚਾਹੁੰਦੇ ਹੋ ਅਸੀਂ ਅੰਮ੍ਰਿਤਪਾਲ ਤੋਂ ਵੀ ਚਾਹੁੰਦੇ ਆ, ਅਸੀਂ ਉਸ ਤੋਂ ਵੀ ਚਾਹੁੰਦੇ ਆ। ਮੈਂ ਗੱਲ ਪੂਰੀ ਕਰ ਦਵਾਂ। ਦੀਪ ਸਿੱਧੂ ਜਿਹੜੇ ਪੇਜਾਂ ਤੋਂ ਆਪ ਲਾਈਵ ਹੁੰਦਾ ਰਿਹਾ ਵਾਰਸ ਪੰਜਾਬ ਦੇ, ਉਹ ਪੇਜ ਪ੍ਰੈਜ਼ੈਂਟ ਨੇ, ਅੱਜ ਵੀ ਪ੍ਰੈਜ਼ੈਂਟ ਨੇ, ਪਰਿਵਾਰ ਚਲਾ ਰਿਹਾ। ਉਹ ਪ੍ਰੈਜ਼ੈਂਟ ਪੇਜ ਹੁੰਦੇ ਸੁਣਦੇ ਉਹਦੇ ਕਤਲ ਤੋਂ ਠੀਕ 15 ਦਿਨ ਪਹਿਲਾਂ, ਜਿੱਦਣ 29 ਤਰੀਕ ਨੂੰ, ਇੱਕ ਦਿਨ ਪਹਿਲਾਂ ਦੀਪ ਸਿੱਧੂ ਨੇ ਅੰਮ੍ਰਿਤਪਾਲ ਨੂੰ ਬਲੌਕ ਕੀਤਾ। ਉਹ ਤੋਂ ਇੱਕ ਦਿਨ ਬਾਅਦ 30 ਜਨਵਰੀ ਨੂੰ ਨਕਲੀ ਪੇਜ ਬਣਾਉਣ ਦੀ ਕੀ ਲੋੜ ਪਈ? ਔਰ ਉਹੀ ਨਕਲੀ ਪੇਜ ਦੀਪ ਸਿੱਧੂ ਦੇ ਕਤਲ ਤੋਂ 5 ਦਿਨ ਬਾਅਦ ਦੀਪ ਸਿੱਧੂ ਦੇ ਆਫੀਸ਼ੀਅਲ ਹੈਂਡਲ ਤੇ ਸ਼ੇਅਰ ਕਿੱਦਾਂ ਹੁੰਦਾ? ਔਰ ਉਹੀ ਪੇਜ ਜਿਹੜਾ ਅੰਮ੍ਰਿਤਪਾਲ ਨੂੰ ਵਾਰਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਘੋਸ਼ਿਤ ਕਰਦਾ ਹੈ, ਉੱਥੋਂ ਹੀ ਸਾਰਾ ਅੱਗੇ ਦਾ ਕੰਮ ਕੈਰੀ ਫਾਰਵਰਡ ਹੋ ਰਿਹਾ। ਕੜੀਆਂ ਸਾਰੀਆਂ ਜੁੜ ਰਹੀਆਂ ਤੁਹਾਡੇ ਸਾਹਮਣੇ ਨੇ। ਕੜੀਆਂ ਜੁੜਦੀਆਂ। ਹੁਣ ਜਿਹੜਾ ਬੰਦਾ ਦੁਬਈ ਬੈਠਾ ਵਾ, ਆਫੀਸ਼ੀਅਲ ਪਵੇ ਜਿਹੜੇ ਵਾਰਸ ਪੰਜਾਬ ਦੇ ਪੇਜ ਨੇ ਉਹ ਆਫੀਸ਼ੀਅਲ ਪਰਿਵਾਰ ਚਲਾ ਰਿਹਾ। ਜਿਹੜਾ ਦੀਪ ਸਿੱਧੂ ਦਾ ਪੇਜ ਆ ਆਪਣਾ ਪਰਸਨਲ, ਜਿਹੜਾ ਓਰੀਜਨਲ ਆ, ਉਹ ਹੈਕ ਹੈ। ਪਰਿਵਾਰ ਅੱਜ ਵੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਫੇਸਬੁੱਕ ਨੂੰ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਉਹਦਾ ਲੈ ਰਹੇ ਆ, ਜਦੋਂ ਉਹਦੀ ਅਥੈਂਟੀਕੇਸ਼ਨ ਮਿਲ ਗਈ ਪਤਾ ਲੱਗ ਜਾਏਗਾ ਪੋਸਟ ਕਿੰਨੇ ਅਸੀਂ ਪਾਈ ਇਹ ਕਹਿੰਦੇ ਆ ਕਿ ਕੜੀਆਂ ਜੁੜਦੀਆਂ ਨੇ। ਅਥੈਂਟੀਕੇਸ਼ਨ ਨਹੀਂ ਮਿਲਦੀ, ਪਤਾ ਤਾਂ ਲੱਗੇ ਪੋਸਟ ਕਿਵੇਂ ਪੈ ਗਈ, ਕਿੰਨੇ ਪਾਈ ਹੈ। ਹਾਂਜੀ, ਬਹੁਤ ਸਾਰੀ ਪਿਕਚਰ ਪਿਕਚਰ ਕਲੀਅਰ ਹੋ ਕਲੀਅਰ ਹੋ ਜਾਏਗੀ ਕਿ ਸਕਦੀ ਹੈ। ਪੋਸਟ ਪਾਈ ਕਿੰਨੇ ਆ। ਜੇ ਰੀਨਾ ਰਾਏ ਨੇ ਪਾਈ ਤੁਹਾਨੂੰ ਪੁੱਛਾਂਗਾ ਕਿੰਨੇ ਪਵਾਈ ਤੈਨੂੰ ਕਹਿ ਕੇ। ਫੇਸਬੁੱਕ ਨਾਲ ਚੱਲ ਰਿਹਾ। ਪਰਿਵਾਰ ਫੇਸਬੁੱਕ ਨਾਲ ਟੱਚ ਦੇ ਹੀ ਇਹ ਵੀ ਚੱਲ ਹੋ ਸਕਦਾ ਕਿ ਕੋਈ ਸਰਕਾਰੀ ਤੰਤਰ ਇਧਰ ਮੱਗਰ ਲੱਗਾ ਹੋਵੇ, ਉਹਨੇ ਪੋਸਟ ਪਾਤੀ ਹੋਵੇ। ਘੱਟੋ ਘੱਟ ਰੀਨਾ ਰਾਏ ਗੱਲ ਨੂੰ ਕਲੀਅਰ ਤਾਂ ਕਰ ਸਕਦੀ ਹੈ। ਹਾਲੇ ਤੱਕ ਰੀਨਾ ਰਾਏ ਨੇ ਕਿਹਾ ਸੀ ਕੁਝ ਕਲੀਅਰ ਨਹੀਂ ਕੀਤਾ, ਉਹ ਗੱਲ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦੇ। ਕੋਈ ਜਵਾਬ ਨਹੀਂ ਦਿੱਤਾ। ਕੋਈ ਵੀ ਇਹਨਾਂ ਬਿਲਕੁਲ ਦੇ ਸਾਹਮਣੇ ਨਹੀਂ। ਬੈਠ ਕੇ ਗੱਲ ਨਹੀਂ ਕਰਦਾ। ਇੱਥੋਂ ਫੋਨ ਲਾ ਲਓ, ਫੋਨ ਨਹੀਂ ਚੱਕਦੇ। ਜ਼ਰੂਰ ਮਿਲਾਂਗੇ ਜੀ, ਜ਼ਰੂਰ ਮਿਲਾਂਗੇ। ਜਿਹੜੇ ਤੱਥ ਨੇ ਜ਼ਰੂਰ ਰੱਖਾਂਗੇ ਜੀ। ਇੱਕ ਕਿਉਂਕਿ- ਤੁਸੀਂ ਹੋਰ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜਦੋਂ ਜਿਹੜੇ ਵੀ ਨੌਜਵਾਨ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਸੀ, ਜਦੋਂ ਇੰਡੀਆ ਵਾਪਸ ਆਏ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਦੋ ਨੌਜਵਾਨਾਂ 에ਅਰਪੋਰਟ ਤੋਂ ਵਾਪਸ ਭੇਜਿਆ, ਕੁਝ ਨੂੰ ਗ੍ਰਿਫਤਾਰ ਕੀਤਾ ਗਿਆ। ਦੂਸਰੇ ਨੂੰ ਹਿਰਾਸਤ 'ਚ ਲੈ ਲਿਆ। ਜਦੋਂ ਅੰਮ੍ਰਿਤਪਾਲ ਇੱਥੇ ਭਾਰਤ ਆਉਂਦਾ ਤਾਂ ਸਰਕਾਰ ਉਸ ਨੂੰ ਨਾ ਵਾਪਸ ਭੇਜਦੀ ਆ ਨਾ ਹਿਰਾਸਤ 'ਚ ਲੈਂਦੀ ਆ। ਇੱਥੋਂ ਕੀ ਸਮਝੀਏ ਕਿ ਅੰਮ੍ਰਿਤਪਾਲ ਦੇ ਸਰਕਾਰ ਨਾਲ ਲਿੰਕ ਹੈ। ਸਾਫ਼ ਜ਼ਾਹਿਰ ਹੋ ਰਿਹਾ। ਜਦੋਂ ਜੱਗੀ ਜੌਲ ਜਿਹੜਾ ਸਿਰਫ ਇੱਕ ਟਰਾਂਸਲੇਟਰ ਆ, ਜਿਹੜਾ ਸਿਰਫ ਲਿਟਰੇਚਰ ਨੂੰ ਟਰਾਂਸਲੇਟ ਕਰਦਾ, ਉਹ 5 ਸਾਲ ਤੋਂ ਅੰਦਰ ਆ। ਜਿਹੜਾ ਇਹ ਅਰਸ਼ਦੀਪ ਮੁੰਡਾ ਆ, ਉਹ ਸਿਰਫ ਲਿਟਰੇਚਰ ਲਿਖਦਾ ਸੀ। ਉਹ ਆਂਦਾ ਤੇ ਉਹਨੂੰ 에ਅਰਪੋਰਟ ਤੋਂ ਵਾਪਸ ਭੇਜ ਦਿੱਤਾ ਜਾਂਦਾ। ਇਹ ਆਪਾਂ ਦੇਖਿਆ। ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਫੋਟੋਜ਼ ਸਿਰਫ ਬਾਈਕ ਤੇ ਲੱਗੀਆਂ, ਮੁੰਡੇ ਗ੍ਰਿਫਤਾਰ ਹੋ ਜਾਂਦੇ ਨੇ। ਔਰ ਅੰਮ੍ਰਿਤਪਾਲ ਦੇ ਬਿਆਨ ਕੀ ਨੇ? ਭਾਰਤੀ ਫੌਜ ਨੂੰ ਧੱਕ ਦਾਂਗੇ ਬਿਆਸ ਤੋਂ ਪਰਲੇ ਪਾਸੇ। ਆ ਜਾਓ, ਇਕੱਠੇ ਹੋਵੋ, ਲਿਸਟਾਂ ਬਣਾਓ, ਸਰਕਾਰ ਦੇ ਨਾਲ ਟੱਕਰਨਾ ਹੈ। ਇਹ ਬਿਆਨ ਹੋਣ ਤੋਂ ਬਾਅਦ ਵੀ ਸਰਕਾਰ ਦੇ ਕੰਨ ਬੰਦ ਨੇ। ਸਿਮਰਨਜੀਤ ਸਿੰਘ ਮਾਨ ਦਾ ਫੇਵਰ ਕਰਦੇ ਨੇ। ਸਿਮਰਨਜੀਤ ਸਿੰਘ ਮਾਨ ਦਾ ਫੇਵਰ ਦੀਪ ਸਿੰਘ ਸਿੱਧੂ ਨੇ ਵੀ ਕੀਤਾ ਆ। ਦੀਪ ਸਿੰਘ ਸਿੱਧੂ ਦਾ ਜਦੋਂ ਸ਼ੰਭੂ ਮੋਰਚਾ ਲੱਗਿਆ ਆ, ਸਿਮਰਨਜੀਤ ਸਿੰਘ ਮਾਨ ਹੋਣਾ ਦਾ ਮੋਰਚਾ ਉਸ ਤੋਂ ਅਲੱਗ ਲੱਗਿਆ। ਵਖਰੇਵੇਂ ਵੀ ਰਹੇ ਆ, ਇਕੱਤਰਤਾ ਵੀ ਹੋਈ ਆ, ਤੇ ਦੀਪ ਸਿੱਧੂ ਨੇ ਉਸੇ ਪ੍ਰਚਾਰ ਦੇ ਦੌਰਾਨ ਆਪਣੀ ਜਾਨ ਵੀ ਗਵਾਈ ਆ। ਦੇਖੋ ਦੇਖੋ, ਉਹ ਕਿਸੇ ਉਹਨਾਂ ਦਾ ਦਾ ਪਰਸਨਲ ਮੈਟਰ, ਉਹ ਉਹਨਾਂ ਦਾ ਪਰਸਨਲ ਮੈਟਰ ਅਲਾਉ ਨਹੀਂ ਹੁੰਦਾ। ਦੀਪ ਸਿੱਧੂ ਜਾ ਚੁੱਕਿਆ, ਉਹਦੇ ਕੀ ਵਿਚਾਰ ਸੀ ਭਗਤ ਸਿੰਘ ਦੇ ਉੱਤੇ ਉਹ ਮੈਂ ਨਹੀਂ ਦੱਸ ਸਕਦਾ, ਪਰ ਦੀਪ ਸਿੱਧੂ ਦੇ ਨਾਲ ਕੀ ਵਾਪਰਿਆ ਜਾਂ ਸਾਨੂੰ ਜਿਹੜੇ ਫੈਕਟਸ ਨੇ ਉਹ ਕੀ ਦਿਖ ਰਹੇ ਨੇ, ਮੈਂ ਉਹ ਕੜੀਆਂ ਤੁਹਾਡੇ ਸਾਹਮਣੇ ਰੱਖ ਸਕਦਾ, ਜਿਹੜੀਆਂ ਕੜੀਆਂ ਆਪਸ ਵਿੱਚ ਜੁੜਦੀਆਂ ਪਈਆਂ ਨੇ। ਤੇ ਕੜੀਆਂ ਨੂੰ ਅਗਰ ਸਹੀ ਤਰੀਕੇ ਨਾਲ ਜੋੜਿਆ ਜਾਵੇ ਤਾਂ ਇਹ ਗੁੱਥੀ ਖੁੱਲ ਜਾਣੀ ਆ। ਜਿਹੜੀ ਪਿਛਲੇ ਨੈਕਸਟ ਸਟੈਪ ਜਿਹੜੇ ਨੇ ਉਹ ਕੀ ਹੋਣਗੇ ਆਪਾਂ ਜੋ ਸਮਰਾਈਜ਼ ਕਰੀਏ। ਨੈਕਸਟ ਸਟੈਪ ਮੈਂ ਤਾਂ ਚਾਹੁੰਦਾ ਇਹ ਬੈਠਣ ਆਣ, ਬਹਿ ਕੇ ਸੰਗਤ ਦੇ ਵਿੱਚ ਗੱਲਬਾਤ ਕਰੀਏ। ਬੈਠਣ। ਤੁਸੀਂ ਆਓ, ਪ੍ਰੈਸ ਵਾਲੇ ਆਓ, ਗੱਲ ਕਰੀਏ ਤੇ ਤੁਸੀਂ ਫੈਸਲਾ ਕਰੋ, ਸੰਗਤ ਫੈਸਲਾ ਕਰੇ। ਤੁਹਾਨੂੰ ਕਿਹੜੀ ਸਰਕਾਰ ਦੀ ਲੱਗਦੀ ਕਿ ਜਿਸ ਸ਼ਮੂਲੀਅਤ ਹੋ ਸਕਦੀ ਹੈ ਕੇਂਦਰ ਦੀ ਕਿ ਪੰਜਾਬ ਦੀ? ਦੇਖੋ ਇਹ ਇਹ ਨਹੀਂ ਡੀਪ ਕਿਹਾ ਜਾ ਸਟੇਟ ਸਕਦਾ। ਵੈਪਨਸ ਹੁੰਦੇ ਇਹ ਨੇ। ਡੀਪ ਸਟੇਟ ਆ। ਇੱਕ ਪਾਸੇ ਦੀਪ ਸਿੱਧੂ ਨੇ ਡੀਪ ਸਟੇਟ ਦੀ ਗੱਲ ਕੀਤੀ ਹੈ, ਤੁਸੀਂ ਸੁਣੇ ਆ ਬਿਆਨ। ਡੀਪ ਸਟੇਟ ਹੁੰਦੀ ਕੀ ਹੈ? ਸਰਕਾਰ ਦੇ ਉਹ ਹਥਿਆਰ
ਜਿਹੜੇ ਅਫੀਸ਼ੀਅਲ ਹੁੰਦੇ ਆ ਪਰ ਅਨਅਫੀਸ਼ੀਅਲ ਤੌਰ ਦੇ ਉੱਤੇ ਵਰਕ ਕਰਦੇ ਨੇ। ਹੋ ਸਕਦਾ ਉਹਨਾਂ ਨੇ ਇਹ ਕੰਮ ਕੀਤਾ ਹੋਵੇ, ਸਾਡੇ ਬੰਦਿਆਂ ਨੂੰ ਉਹਦੇ ਫਰੇਮ ਕਰ ਦਿੱਤਾ ਹੋਵੇ, ਆਪਾਂ ਸਾਰੇ ਇੱਕ ਦੂਜੇ ਨਾਲ ਲੜ ਕੇ ਮਰ ਜਾਈਏ, ਗਲਤੀ ਕਿਸੇ ਹੋਰ ਦੀ ਹੋਵੇ। ਗੱਲਬਾਤ ਹੋਈ ਲਾਸਟ ਗੱਲ ਕੋਈ ਮੈਂ ਜਦੋਂ ਨਹੀਂ ਮੈਂ ਉਹਦੇ ਨਾਲ ਮਿਲਿਆ, ਪਰ ਉਹਦੇ ਕੋਲ ਬਹੁਤ ਘੱਟ ਟਾਈਮ ਹੁੰਦਾ ਸੀ। ਮੈਂ 4 ਤਰੀਕ ਨੂੰ ਜਦੋਂ ਮੋਰਚਾ ਲੱਗਿਆ, ਮੈਂ ਪਹਿਲੀ ਵਾਰੀ ਉੱਥੇ ਮਿਲਿਆ ਉਹਨੂੰ। ਸਿਰਫ ਇੰਨੀ ਕੁ ਮੁਲਾਕਾਤ ਸੀ ਕਿ ਹੱਥ ਮਿਲਾਇਆ, ਔਰ ਤੁਹਾਨੂੰ ਪਤਾ ਹੈ ਕਿੰਨਾ ਕੁ ਟਾਈਮ ਹੁੰਦਾ। ਉਸ ਤੋਂ ਬਾਅਦ ਮੈਂ 4 ਵਾਰੀ ਉਹਨੂੰ ਮਿਲਿਆ, ਪਰ ਇੰਨਾ ਕੁ ਹੀ ਮਿਲਿਆ। ਪਰ ਉਹ ਇੱਕ ਐਸੀ ਪਵਿੱਤਰ ਰੂਹ ਸੀ ਨਾ, ਉਹ ਜਿਨ੍ਹਾਂ ਨੂੰ ਨਹੀਂ ਵੀ ਮਿਲਿਆ ਨਾ, ਉਹ ਵੀ ਉਸ ਦਿਨ ਰੋਏ ਆ ਜਦੋਂ ਉਹਦੇ ਐਕਸੀਡੈਂਟ ਦਾ ਸੀਨ ਆਇਆ। ਗੱਲ ਮੈਂ ਕਰ ਰਿਹਾ ਸੀ, ਤੁਸੀਂ ਡੀਪ ਸਟੇਟ ਦੀ ਗੱਲ ਕੀਤੀ ਸੀ। ਦੀਪ ਸਿੱਧੂ ਨੇ ਡੀਪ ਸਟੇਟ ਤੇ ਬੜੇ ਡੀਪਲੀ ਦੱਸਿਆ। ਸਰਕਾਰਾਂ ਬਦਲ ਜਾਂਦੀਆਂ, ਡੀਪ ਸਟੇਟ ਹੋਈ ਰਹਿੰਦੀ ਆ। ਵਾਅਦੇ ਬਦਲ ਜਾਂਦੇ ਆ, ਡੀਪ ਸਟੇਟ ਹੋਈ ਰਹਿੰਦੀ ਆ। ਦੀਪ ਸਿੱਧੂ ਨੇ ਜਿਹੜਾ ਦੀਪ ਸਿੱਧੂ ਦਾ ਮਰਡਰ ਹੈ, ਉਹ ਡੀਪ ਸਟੇਟ ਦੇ ਖਾਤੇ ਆਂਦਾ ਆ। ਜਿਹੜਾ ਸਿੱਧੂ ਮੂਸੇਵਾਲੇ ਦਾ ਮਰਡਰ ਹੈ, ਉਹ ਡੀਪ ਸਟੇਟ ਦੇ ਖਾਤੇ ਆਂਦਾ ਆ। ਤੇ ਦੂਜੇ ਪਾਸੇ ਅੰਮ੍ਰਿਤਪਾਲ ਜਿਹੜਾ ਆ, ਉਹ ਬੈਠ ਕੇ ਇੰਟਰਵਿਊ ਤੇ ਕਹਿੰਦਾ ਕਿ ਡੀਪ ਸਟੇਟ ਨਾਮ ਦੀ ਕੋਈ ਚੀਜ਼ ਨਹੀਂ ਹੈ, ਸਟੇਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਦਲਜੀਤ ਕਲਸੀ ਦੀਪ ਸਿੱਧੂ ਤੋਂ ਬਾਅਦ ਨਾਲ ਵੀ ਰਹੇ ਆ, ਉਹਦਾ ਮੈਂ ਵੀ ਉਸ ਤੋਂ ਬਾਅਦ ਵੀ ਉਹਨਾਂ ਦੀ ਪੋਸਟਾਂ ਲਗਾਤਾਰ ਪੈਂਦੀਆਂ ਆ ਰਹੀਆਂ ਹੈ ਨਾ। ਕਿਉਂਕਿ ਇਸ ਰਿਐਕਟ ਕੀ ਉਹ ਮਤਲਬ ਸੰਵਿਧਾਨ ਪੰਜਾਬ ਦੇ ਨਾਮ ਲੈਂਦੇ ਹਮੇਸ਼ਾ ਜਦੋਂ ਵੀ ਗੱਲ ਕਰਦੇ ਆ। ਹਾਂਜੀ। ਹੁਣ ਉਹ ਮਤਲਬ ਕਿਹੜੀ ਸਾਈਡ ਨੇ, ਉਹ ਗਲਤ ਨੇ, ਸਹੀ ਨੇ ਜਾਂ ਕੀ ਆ? ਉਹ ਅੰਮ੍ਰਿਤਪਾਲ ਦੇ ਨਾਲ ਨੇ, ਅੰਮ੍ਰਿਤਪਾਲ ਦੇ ਨਾਲ ਨੇ। ਅਸੀਂ ਅੱਜ ਇੱਥੇ ਬੈਠ ਕੇ ਦੀਪ ਸਿੱਧੂ ਦੇ ਕਤਲ ਦੇ ਉੱਤੇ ਸਵਾਲ ਖੜੇ ਕਰ ਰਹੇ ਹਾਂ। ਅਸੀਂ ਪੁੱਛ ਰਹੇ ਹਾਂ, ਉਹ ਬਾਹਰੋਂ ਦੀ ਆਇਆ, ਬਾਹਰੋਂ ਬੈਠਾ ਨਹੀਂ ਕਰ ਸਕਦਾ ਸੀ। ਬਘੇਲ ਜਿਹੜਾ ਕਹਿੰਦਾ ਆ ਕਿ ਪਰਿਵਾਰ ਇਨਵੈਸਟੀਗੇਸ਼ਨ ਨਹੀਂ ਕਰਾ ਸਕਦਾ, ਉਹ ਇਨਵੈਸਟੀਗੇਸ਼ਨ ਆਪ ਕਰਵਾ ਲੈਂਦਾ। ਸਿੱਟ ਪਾਉਣੀ ਕੋਈ ਵੱਡੀ ਗੱਲ ਨਹੀਂ ਹੈ, ਅੰਮ੍ਰਿਤਪਾਲ ਪਵਾ ਲੈਂਦਾ। ਪਰ ਇਹ ਨਹੀਂ ਕਰ ਰਹੇ, ਕਿਉਂ ਨਹੀਂ ਕਰ ਰਹੇ ਉਹ ਇਹਨਾਂ ਨੂੰ ਪਤਾ। ਸਾਡੀਆਂ ਅਸੀਂ ਤੁਹਾਡੇ ਸਾਹਮਣੇ ਰੱਖ ਅਸੀਂ- ਦਿੱਤੀਆਂ, ਉਹਨਾਂ ਦੀਆਂ ਹੁਣ ਤੁਸੀਂ ਉਹਨਾਂ ਕੋਲ ਪੁੱਛ ਸਕਦੇ ਜੀ। ਅਸੀਂ ਤੁਹਾਡੇ ਸਾਹਮਣੇ ਜੇ ਤੁਹਾਡਾ ਸਵਾਲ ਕੋਈ ਹੋਰ ਰੱਖਦੇ ਹਾਂ। ਕੁਐਸਚਨ ਹੈਗਾ ਵਾ, ਦੀਪ ਸਿੱਧੂ ਦੇ ਨਾਲ ਮੈਂ ਕੋਈ 2-2.5 ਘੰਟੇ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਜ਼ਿੰਦਗੀ ਦੇ ਵਿੱਚ। ਲਾਸਟ ਟਾਈਮ ਜਦੋਂ ਉਹਨਾਂ ਦੀ ਕਾਲ ਆਈ ਤੇ ਮੇਰੇ ਮਦਰ ਦੀ ਡੈਥ ਹੋਈ ਸੀ, ਤੇ ਉਹਨਾਂ ਨੇ ਕਿਹਾ ਵੀਰ ਦਵਿੰਦਰ ਬਹੁਤ ਮਾੜਾ ਹੋਇਆ ਯਾਰ, ਮੈਂ ਆਉਣਾ ਵਾਂ ਪਰ ਮੈਂ ਦੂਰ ਹੈਗਾ। ਪਹਿਲਾਂ ਉਹਦੇ ਤੋਂ ਬਾਅਦ ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਦੀਪ ਬਾਈ ਨੇ ਚਲੇ ਜਾਣਾ। ਮੈਂ ਦੀਪ ਬਾਈ ਦਾ ਸਭ ਤੋਂ ਵੱਡਾ ਵਿਰੋਧੀ ਸੀਗਾ, ਔਰ ਇਸ ਤਰੀਕੇ ਨਾਲ ਵਿਰੋਧ ਕਰਦਾ ਸੀਗਾ ਕਿ ਅਗਲੇ ਬੰਨੇ ਕੋਈ ਕਮੈਂਟ ਕਰਦਾ ਸੀ ਤੇ ਉਹਨੂੰ ਜਵਾਬ ਮੈਂ ਦੇ ਦਿੰਦਾ ਸੀ, ਹਾਜ਼ਰ ਜਵਾਬੀ। ਪਰ 26 ਜਨਵਰੀ ਤੋਂ ਬਾਅਦ ਮੈਨੂੰ ਵੀ ਲੱਗਾ ਕਿ ਇਸ ਬੰਦੇ ਦਾ ਸਾਥ ਦੇਣਾ ਚਾਹੀਦਾ। ਉਹ ਤਾਂ ਕਹਿੰਦਾ ਸੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਆਪਣੀ ਹੋਂਦ ਦੀ ਗੱਲ ਕਰਨੀ ਆ, ਆਪਣੇ ਰਾਜ ਦੀ ਗੱਲ ਕਰਨੀ ਆ, ਆਪਣੇ ਹੱਕਾਂ ਦੀ ਗੱਲ ਕਰਨੀ ਆ। ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਿਆ। ਉਸ ਰਾਜ ਦੇ ਵਿੱਚ ਕੀ ਮੁਸਲਮਾਨ ਕੋਈ ਜਰਨੈਲ ਨਹੀਂ ਸੀ? ਕੀ ਹਿੰਦੂ ਕੋਈ ਜਰਨੈਲ ਨਹੀਂ ਸੀ? ਕੀ ਆਪਣੇ ਮੁਸਲਮਾਨ ਕੋਈ ਜਰਨੈਲ ਨਹੀਂ ਸੀ ਜਾਂ ਸਿੱਖ ਨਹੀਂ ਸੀ? ਸਾਰੇ ਧਰਮਾਂ ਦੇ ਸੀ। ਦੀਪ ਸਿੱਧੂ ਇੱਕ ਇਹੋ ਜਿਹਾ ਬੰਦਾ ਸੀਗਾ ਜਿਹੜੇ ਸਾਰੇ ਧਰਮਾਂ ਨੂੰ ਪਿਆਰ ਕਰਦਾ ਸੀ, ਸਤਿਕਾਰ ਕਰਦਾ ਸੀ, ਔਰ ਉਹਦੇ ਨਾਲ ਬੈਠਣ ਵਾਲੇ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ। ਤੁਸੀਂ ਬੜੀਆਂ ਪਿਕਚਰਸ ਦੇਖੀਆਂ ਹੋਣਗੀਆਂ। ਡੀਪ ਸਟੇਟ ਬਾਰੇ ਉਹਨਾਂ ਨੇ ਜੋ ਸਾਨੂੰ ਸਮਝਾਇਆ ਕਿ ਜਿਹੜੀ ਸੈਂਟਰ ਆ, ਇਹਦੇ ਕੋਲ ਜਿਹੜੇ ਅਫੀਸ਼ੀਅਲ ਵੈਪਨ ਆ, ਅਨਅਫੀਸ਼ੀਅਲੀ ਵਰਕ ਕਰਦੇ, ਉਹ ਡੀਪ ਸਟੇਟ ਵਰਕ ਹੁੰਦਾ। ਤੇ ਅੱਜ ਅਸੀਂ ਕਹਿ ਦਿੰਦੇ ਆ ਕਿ ਡੀਪ ਸਟੇਟ ਕੋਈ ਚੀਜ਼ ਹੀ ਹੈ ਨਹੀਂ, ਤੇ ਉਹਦਾ ਤਾਂ ਹੈ ਨਹੀਂ ਕੋਈ। ਯਾਨੀ ਅੱਜ ਤੁਸੀਂ ਕਹਿੰਦੇ ਜੇ ਨਾ ਕਿ ਅੰਮ੍ਰਿਤਪਾਲ ਤੇ ਤੁਸੀਂ ਇਲਜ਼ਾਮ ਲਾਉਂਦੇ, ਅਸੀਂ ਇਲਜ਼ਾਮ ਨਹੀਂ ਲਾਉਂਦੇ, ਅਸੀਂ ਤਾਂ ਸਵਾਲ ਕਰਦੇ ਪਏ ਵੀ ਸਾਨੂੰ ਉਹਨਾਂ ਦੇ ਜਵਾਬ ਦਿਓ। ਕੜੀਆਂ ਜਿੱਥੇ ਜੁੜ ਰਹੀਆਂ ਨੇ, ਜਿੱਥੇ ਪਹੁੰਚ ਰਹੀਆਂ, ਅਸੀਂ ਉੱਥੇ ਸਵਾਲ ਕਰ ਰਹੇ ਹਾਂ। ਕੜੀਆਂ ਤਾਂ ਸੰਗਤ ਨੇ ਜੋੜਨੀਆਂ, ਤੁਸੀਂ ਦੇਖਣਾ। ਧੰਨਵਾਦ।